श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिना जीते पंच विकार। दिन संतन को बंदना सिर चरणन पर कार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन होए। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा जे सठ प्राता संग मिल नीके श्री हर राय। डेरा कीनो कुशल जोत उतरियो दल समुदाय। जे सठ प्राता संग मिल नीके श्री हर राय। वाहिगुरु जी का खालसा वाहिगुरु जी की फतेह। पतत पावन भगत वत्सल कृपा निधान जुग जुग अटल। प्रगट गुरां की देह प्रताख हार। तन तन सतगुरु श्री गुरु ग्रंथ साहिब महाराज जी दे परम पवित्र साध संगत हजूरी अंदर जुड़ मिल बैठे हाजरियां भर रहे गुरु प्यारी खालसा साध संगत जी। सतगुरु साहिब धन गुरु तेग बहादुर साहिब महाराज शहीद सतगुरु महाराज की अपार बख्शिश कृपालता का सदका साहिबां के पवित्र तप स्थान गुरुद्वारा श्री भोरा साहिब जी के दर्शन दीदारे आपां नूं प्राप्त होए ने। समुचियां सिख संगतां महाराज के अस्थानां की यात्रा करके पातशाह जी के अस्थानां के वख-वख सभावां च हाजरियां भर के महाराज दियां बख्शिशां प्राप्त कर रहे हो। आओ महाराज के दरबारां दे विच अमृत वेले तो ही चल रहे सजे हुए दीवान गुरबाणी दे चल रहे प्रवाह कथा कीर्तन उस दे विच ही हुण पिछले पैर इतिहास की विचार का समा होया है। तन तन श्री गुरु हरिराय साहिब महाराज के जीवन की कथा आपां सुन रहे हैं कि सतगुरु करतारपुर आए ने। नगर वसन की कथा पुछी है भी नगर किवें वसिया। सतगुरां का हुक्म पा के बजुर्ग सिख दस रहे ने सारा प्रसंग। फिर जिवें महाराज साहिब दे अपने महल तैयार होए संगत के सभा के बैठन लई दीवान स्थान तैयार होया। थम साहब की दीवान स्थान की असारी जिवें हुई वो साखी महाराज नूं दसी भी सतगुरु लकड़ नहीं सी कोई वड्डी लभ रही दुआबे देश विच। सिखां ने पंजवें पातशाह नूं बेनती की
ਸਤਿਗੁਰਾਂ ਕਿਹਾ ਜਿੱਥੋਂ ਵੀ ਮੁੱਲ ਮਿਲਦੀ ਆ ਲੈ ਆਓ। ਬੜਾ ਯਤਨ ਕੀਤਾ ਪਰ ਮੋਟਾ ਲੰਮਾ ਦਰਖਤ ਕਿਤੇ ਪ੍ਰਾਪਤ ਨਹੀਂ ਹੋਇਆ। ਫਿਰ ਇੱਕ ਦਿਨ ਗੱਲ ਚੱਲ ਰਹੀ ਸੀ ਦੀਵਾਨ ਦੇ ਵਿੱਚ ਕਿ ਸਤਿਗੁਰੂ ਨੂੰ ਇੱਕ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਆ ਫਲਾਣੇ ਨਗਰ ਦੇ ਬਾਹਰ ਚੁਰਾਹੇ ਦੇ ਵਿੱਚ ਇੱਕ ਟਾਹਲੀ ਦਾ ਦਰਖਤ ਬੜਾ ਮੋਟਾ ਲੰਮਾ ਖਲੋਤਾ ਹੈ, ਉਹਦੇ 'ਚੋਂ ਕੋਈ ਸ਼ਕਤੀ ਦੀਆਂ ਆਵਾਜ਼ਾਂ ਆਉਂਦੀਆਂ, ਕੋਈ ਡਰਦਾ ਪੱਤਾ ਵੀ ਨਹੀਂ ਤੋੜਦਾ, ਤੁਹਾਡੇ ਤੋਂ ਬਿਨਾਂ ਨਹੀਂ ਕੋਈ ਵੱਢ ਸਕਦਾ। ਤਾਂ ਉਸ ਵੇਲੇ ਸਤਿਗੁਰਾਂ ਸੁਣ ਕੇ ਭਾਈ ਪੁਰਾਣਾ ਸਧਾਰਨ ਤਰਖਾਣ ਸਿੱਖ ਨੂੰ ਭੇਜਿਆ। ਗਏ ਲੱਕੜ ਵੱਢਣ ਲੱਗੇ, ਜਦੋਂ ਵੇਖਿਆ ਟਾਹਲੀ ਚੰਗੀ ਮੋਟੀ ਲੰਮੀ ਹੈ, ਪਹਿਲਾ ਟੱਕ ਕੁਹਾੜੇ ਦਾ ਮਾਰਿਆ ਤਾਂ ਮਹਾਰਾਜ ਸਾਹਿਬ ਜੀ ਦੇ ਵੱਲੋਂ ਭੇਜੇ ਸਿੱਖਾਂ ਨੇ ਕੀ ਆਵਾਜ਼ ਸੁਣੀ ਵੀ ਉਹ 'ਚੋਂ ਆਵਾਜ਼ ਆਈ ਵੀ ਇਹ ਗੁਰੂ ਕੇ ਸਿੱਖੋ, ਮੈਂ ਤੁਹਾਡਾ ਕੁਝ ਵਿਗਾੜਿਆ ਨਹੀਂ, ਮੇਰਾ ਘਰ ਕਾਹਤੋਂ ਉਜਾੜਨ ਲੱਗੇ ਹੋ। 20 ਕੋਹ ਤੀਕਰ ਲੋਕ ਇੱਥੇ ਆ ਕੇ ਮੇਰੀ ਮੰਨਤਾ ਕਰਦੇ ਆ ਤੇ ਤੁਸੀਂ ਗੁਰੂ ਸਾਹਿਬ ਕੋ ਜਾ ਕੇ ਪਹਿਲਾਂ ਇੱਕ ਵਾਰ ਪੁੱਛਾਓ ਵੀ ਮਹਾਰਾਜ ਸਾਹਿਬ ਜੀ ਉਹ ਟਾਹਲੀ ਦਾ ਇਸ ਤਰ੍ਹਾਂ ਦਾ ਦੁੱਖ ਹੈ, ਇੱਦਾਂ ਦੀ ਬੇਨਤੀ ਹੈ ਵੀ ਉਹਦੇ ਵਿੱਚ ਜੋ ਸ਼ਕਤੀ ਰਹਿੰਦੀ, ਉਹ ਕਹਿੰਦੀ ਮੈਂ ਕਿੱਥੇ ਜਾਵਾਂ। ਆਵਾਜ਼ ਸੁਣ ਕੇ ਸਿੱਖ ਪਹਿਲਾਂ ਹੈਰਾਨ ਹੋਏ, ਫਿਰ ਗੁਰੂ ਸਾਹਿਬ ਕੋ ਆਏ, ਦੱਸਿਆ। ਸਤਿਗੁਰੂ ਆਪ ਉੱਠ ਕੇ ਚੱਲ ਪਏ, ਪਹੁੰਚੇ। ਆਵਾਜ਼ ਆਈ ਮਹਾਰਾਜ ਨਮਸਕਾਰ ਹੈ। ਸਤਿਗੁਰਾਂ ਨੂੰ ਬੇਨਤੀ ਉਵੇਂ ਕੀਤੀ, ਮਹਾਰਾਜ ਮੇਰਾ ਘਰ ਕਾਹਤੋਂ ਉਜਾੜਦੇ, ਮੈਂ ਇੱਥੋਂ ਬਗੈਰ ਕਿੱਥੇ ਵਸਾਂਗਾ। ਸਤਿਗੁਰਾਂ ਕਿਹਾ ਤੂੰ ਧੀਰਜ ਧਾਰ, ਜੇ ਤੈਨੂੰ ਇਹ ਆ ਨਾ ਵੀ ਇੱਥੇ ਮੇਰੀ ਮੰਨਤਾ ਹੁੰਦੀ ਹੈ, ਜਿੱਥੇ ਤੈਨੂੰ ਜਾ ਕੇ ਗੁਰੂ ਘਰ ਸੇਵਾ ਦਿਲਾਵਾਂਗੇ ਉੱਥੇ ਤੇਰੀ ਮੰਨਤਾ ਨਹੀਂ ਘਟੇਗੀ, ਵਧੇਗੀ ਹੀ, ਤੇਰਾ ਸਤਿਕਾਰ ਵਧੇਗਾ ਹੀ ਗੁਰੂ ਘਰ ਦੇ ਸੇਵਾ ਦੇ ਕੰਮ ਆਉਣ ਕਰਕੇ। ਐਵੇਂ ਮਹਾਰਾਜ ਦੇ ਬਚਨ ਤੋਂ ਆਵਾਜ਼ ਸ਼ਾਂਤ ਹੋ ਗਈ। ਦਰਖਤ ਵੱਢਣ ਦਾ ਹੁਕਮ ਕੀਤਾ, ਕਿਹਾ ਇੱਥੇ ਸਵਾਰ ਬਣਾ ਕੇ ਲੈ ਆਇਓ। ਸੁਧਾਰਨ ਤਰਖਾਣ ਸਿੱਖ ਨੇ ਬੜੇ ਬਲ ਦੇ ਨਾਲ ਮੁੱਢ ਤੋਂ ਟਾਹਲੀ ਵੱਢ ਦਿੱਤੀ ਹੈ ਅਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕਹੇ ਅਨੁਸਾਰ ਮਿਣਤੀ ਕਰਕੇ ਦਰਖਤ ਲੈ ਕੇ ਯਤਨ ਨਾਲ ਪਹੁੰਚੇ ਹਨ। ਥੰਮਾ ਜਿੱਥੇ ਗੱਡਣਾ ਸੀ ਉੱਥੇ ਲਿਆ ਕੇ ਖੜਾ ਕੀਤਾ। ਕੀ ਵੇਖ ਕੇ ਹੈਰਾਨ ਹੋ ਗਏ ਵੀ ਇਹ ਤਾਂ 8 ਉਂਗਲਾਂ ਘੱਟ ਹੈ, ਵੀ 9.25 ਹਾਥੇ ਦੀ ਮਿਣਤੀ ਕੀਤੀ ਸੀ ਤੇ 8 ਉਂਗਲਾਂ ਇਹਦੇ ਵਿੱਚ ਘਾਟਾ ਰਹਿ ਗਿਆ, ਹੁਣ ਘਰ ਕਿਵੇਂ ਤਿਆਰ ਹੋਵੇ। ਸਤਿਗੁਰਾਂ ਨੂੰ ਦੱਸਿਆ, ਮਹਾਰਾਜ ਆਏ, ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਸਤ ਸੰਗਤ ਹੋਵੇ, ਇੱਥੇ ਨਾਮ ਸਿਮਰਨ ਦਾ ਅਭਿਆਸ ਚੱਲੇ। ਇਸ ਭਾਵਨਾ ਦੇ ਨਾਲ ਇਹ ਜਿੰਨੀ ਕਾਰੀਗਰਾਂ ਨੂੰ ਲੋੜ ਹੈ, ਹੇ ਟਾਹਲੀ ਦੇ ਰੁੱਖ, ਹੇ ਥੰਮੇ, ਤੂੰ ਓਨਾ ਹੀ ਜਿਵੇਂ ਤੂੰ ਖੁਸ਼ੀ ਦੇ ਨਾਲ ਆਪਣੇ ਉੱਥੇ ਵਧਿਆ ਹੋਇਆ ਸੀ ਇੱਥੇ ਵੀ ਵੱਧ ਜਾ। ਗੁਰਾਂ ਦੇ ਕਹਿਣ ਦੀ ਦੇਰ ਸੀ, 8 ਉਂਗਲਾਂ ਉਹ ਸਾਧ ਸੰਗਤ ਥੰਮਾ ਵੱਧ ਗਿਆ। ਫਿਰ ਉਸ ਦੇ ਮਕਾਨ ਉਸਾਰੀ ਹੋਈ, ਦੀਵਾਨ ਸੱਜਣ ਲੱਗ ਪਏ, ਸਤ ਸੰਗਤ ਹੋਣ ਲੱਗ ਪਈ ਤੇ ਨਾਲ ਹੀ ਕਵੀ ਜੀ ਨੇ ਮਹਾਰਾਜ ਸਾਹਿਬ ਦੀ ਇਹ ਕਥਾ ਦੇ ਆਪਣੇ ਵੱਲੋਂ ਵੀ ਸਾਖੀ ਕਹਿ ਦਿੱਤੀ ਵੀ ਜਿਵੇਂ ਇਸ ਨੂੰ ਤੁਰਕਾਂ ਨੇ ਜਦੋਂ ਪੱਛਮ ਵਾਲੇ ਪਾਸਿਓਂ ਆਏ ਖਾਲਸਾ ਰਾਜ ਦੇ ਸਮੇਂ ਉਹਨਾਂ ਲੱਕੜਾਂ ਨਾਲ ਅੱਗ ਲਾ ਕੇ ਸਾੜਨ ਦਾ ਯਤਨ ਕੀਤਾ, ਕਈ ਸਿੰਘ ਵੀ ਸ਼ਹੀਦ ਹੋਏ, ਤੁਰਕ ਵੀ ਮਾਰੇ ਗਏ ਤੇ ਉਹ ਅਲੋਪ ਵੀ ਹੋ ਗਈ। ਫਿਰ ਉਸ ਤੋਂ ਬਾਅਦ ਕਿਸੇ ਨੂੰ ਦਰਸ਼ਨ ਨਹੀਂ ਹੋਏ। ਇਸ ਤਰ੍ਹਾਂ ਉਹ ਪ੍ਰਸੰਗ ਨਾਲ ਭਾਈ ਸਾਹਿਬ ਜੀ ਨੇ ਕਿਹਾ ਹੈ। ਥੰਮ ਸਾਹਿਬ ਦੇ ਵਸਣ ਦੀ ਕਥਾ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਤਾਰਪੁਰ ਵਿੱਚ ਆਪਣੇ ਮਹਿਲ ਉਹ ਨਗਰ ਦੇ ਵਿੱਚ ਸਥਾਨ ਵਸਾਇਆ, ਉਹ ਗੁਰੂ ਹਰਿ ਸਾਹਿਬ ਨੂੰ ਸਿੱਖਾਂ ਨੇ ਦੱਸੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਣ ਸੁਣ ਕੇ ਕਹਿ ਕੇ ਬੜੀ ਖੁਸ਼ੀ ਮਨਾਈ। ਇੱਥੋਂ ਤੀਕਰ ਆਪਾਂ ਸਾਖੀ ਸਰਵਣ ਕੀਤੀ ਹੈ। ਇਹ ਤੋਂ ਅੱਗੇ ਜਿਵੇਂ ਪ੍ਰਸੰਗ ਆ ਰਹੇ ਹਨ, ਮਹਾਰਾਜ ਸਾਹਿਬ ਦੀ ਪਵਿੱਤਰ ਕਥਾ ਸਰਵਣ ਕਰਨ ਵਾਸਤੇ ਰਸਨਾ ਪਵਿੱਤਰ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਿ ਸਾਹਿਬ ਜੀ ਦੇ ਚਰਨ ਕਮਲਾਂ ਦਾ ਤਰੋ ਧਿਆਨ। ਸਾਰੀ ਹੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਜੇਸਟ ਭਰਾਤਾ ਸੰਗ ਮਿਲ। ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਜੋ ਕਰਤਾਰਪੁਰ ਪਹੁੰਚੇ ਹਨ, ਨਗਰ ਵਸਣ ਦੀ, ਥੰਮ ਸਾਹਿਬ ਦੇ ਵਸਣ ਦੀ ਸਾਰੀ ਕਥਾ ਸਿੱਖਾਂ ਕੋ ਸੁਣੀ ਹੈ। ਕੁਝ ਦਿਨ ਬਤੀਤ ਹੋਏ ਆਪਣੇ ਵੱਡੇ ਭਰਾ ਧੀਰਮਾਲ ਮਿਲ ਦੇ ਨਾਲ ਮਿਲ ਕੇ ਨੀਕੇ ਸ੍ਰੀ ਹਰਿਰਾਏ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬੜੇ ਨੀਕੇ, ਬਹੁਤ ਹੀ ਸੁੰਦਰ, ਬਹੁਤ ਹੀ ਵਧੀਆ ਢੰਗ ਤਰੀਕੇ ਦੇ ਨਾਲ ਡੇਰਾ ਕੀਨੋ ਕੁਸ਼ਲ ਜੁਤ। ਕੁਸ਼ਲਤਾ ਦੇ ਸਹਿਤ, ਸੁਖ ਦੇ ਸਹਿਤ ਕਰਤਾਰਪੁਰ ਆਪਣੇ ਭਰਾ ਦੇ ਕਹਿਣ ਤੇ ਆ ਕੇ ਡੇਰਾ ਕੀਤਾ, ਆਪਣਾ ਨਿਵਾਸ ਕੀਤਾ ਹੈ। ਉਤਰਿਓ ਦਲ ਸਮੁਦਾਏ। ਤੇ ਸਤਿਗੁਰਾਂ ਦਾ ਸਮੂਹ ਦਲ ਵੀ ਆਣ ਉਤਰਿਆ ਏ। 2200 ਘੋੜ ਸਵਾਰ ਸੂਰਮੇ ਵੀ ਆਏ ਹਨ। ਹੋਰ ਸਿੱਖ ਸੇਵਕ, ਭਾਵ ਕਿ ਵੀ ਜਿੰਨਾ ਵੀ ਦਲ ਹੈ, ਜਿੰਨਾ ਵੀ ਮਹਾਰਾਜ ਸਾਹਿਬ ਜੀ ਦੇ ਸਿੱਖ ਸੇਵਕ ਨੇ, ਉਹ ਵੀ ਸਾਹਿਬਾਂ ਦੇ ਨਾਲ ਕੀਰਤਪੁਰ ਤੋਂ ਚੱਲ ਕੇ ਕਰਤਾਰਪੁਰ ਆਣ ਕੇ ਵਸੇ ਡੇਰਾ ਕੀਤਾ। ਚੌਪਾਈ ਕੇਤਕ ਦਿਨ ਪਿਚਪੁਰ ਕਰਤਾਰ। ਇਸ ਤਰ੍ਹਾਂ ਜਦੋਂ ਕਈ ਦਿਨ ਮਹਾਰਾਜ ਨੂੰ ਕਰਤਾਰਪੁਰ ਦੇ ਵਿੱਚ ਆਇਆ ਨੂੰ ਕਰਿਓ ਬਾਸ ਸਤਿਗੁਰਨ ਸੁਖਾਰਾ। ਕਈ ਦਿਨ ਬਤੀਤ ਹੋ ਗਏ, ਬੜੇ ਸੁੱਖਾਂ ਦੇ ਨਾਲ, ਬੜੇ ਆਨੰਦ ਦੇ ਨਾਲ ਮਹਾਰਾਜ ਨੇ ਕਰਤਾਰਪੁਰ ਆਪਣਾ ਨਿਵਾਸ ਰੱਖਿਆ। ਸਤਵੇਂ ਪਾਤਸ਼ਾਹ ਦੇਸ਼ ਵਿਦੇਸ਼ਨ ਤੇ ਸੁਨਿਆ ਮੈਂ। ਆ ਜਿਹੜੀਆਂ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦੇਸ਼ਾਂ ਪ੍ਰਦੇਸ਼ਾਂ ਜੋ ਕੀਰਤਪੁਰ ਸਾਹਿਬ ਆਉਂਦੀਆਂ ਸਨ, ਉਹ ਪਹਿਲਾਂ ਜਿਵੇਂ ਕੋਈ ਸੰਗਤ ਆਈ, ਉਹਨਾਂ ਨੂੰ ਪਤਾ ਲੱਗਾ ਉਹ ਕਰਤਾਰਪੁਰ ਆਏ, ਇੱਥੋਂ ਵਾਪਸ ਜਾਂਦੇ ਆ ਜੇ ਕੋਈ ਸੰਗਤ ਮਿਲੀ, ਉਹਨਾਂ ਪਹਿਲਾਂ ਹੀ ਦੱਸਦਾ ਵੀ ਤੁਸੀਂ ਕਰਤਾਰਪੁਰ ਹੀ ਜਾਇਓ ਜੇ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਨੇ ਆ। ਇਹ ਦੇਸ਼ ਪ੍ਰਦੇਸ਼ ਤੋਂ ਜੋ ਵੀ ਸੰਗਤ ਆਉਂਦੀ ਹੈ, ਉਹ ਸਾਰੀਆਂ ਸੁਣ ਸੁਣ ਕੇ ਅਨਕ ਅਕੋਰਨ ਕੋ ਸਿੱਖ ਲਿਆ ਮੈਂ। ਵੀ ਮਹਾਰਾਜ ਕਰਤਾਰਪੁਰ ਵਸ ਰਹੇ ਨੇ, ਇਹ ਸੁਣ ਕੇ ਅਨੇਕਾਂ ਜੋ ਪਟਾਵਾਂ ਲੈ ਕੇ ਗੁਰੂ ਸਾਹਿਬ ਦੇ ਦਰ ਤੇ ਪਹੁੰਚਦੇ ਹਨ। ਬਿਤੇ ਚੇਤ ਪਾਪੁਰਬ ਵਿਸਾਖੀ। ਤੇ ਜਿਵੇਂ ਹੋਰ ਸੰਗਤ ਆਉਂਦੀ ਹੈ, ਇਸੇ ਤਰ੍ਹਾਂ ਬਿਤੇ ਚੇਤ ਭਾਪੁਰਬ ਵਿਸਾਖੀ, ਚੇਤ ਮਹੀਨੇ ਦੇ ਬਤੀਤ ਹੋਏ ਤੋਂ ਵਿਸਾਖੀ ਦਾ ਜਦੋਂ ਜੋੜ ਮੇਲਾ ਹੁੰਦਾ ਏ, ਚਲੇ ਆਏ ਨਰ ਦਰਸ਼ਨ ਕਾਂਖੀ। ਤੇ ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਸਿੱਖ ਸੇਵਕ ਦਾਸ ਚੱਲ ਕੇ ਮਹਾਰਾਜ ਸਾਹਿਬ ਕੋਲ ਆ ਗਏ। ਮੰਗਲ ਦੇਸ਼ ਦਾਸ ਸਮੁਦਾਇ। ਜੰਗਲ ਦੇਸ਼ ਦਾਸ ਸਮੁਦਾਇ, ਜੰਗਲ ਦੇਸ਼ ਜੋ ਮਾਲਵਾ ਦੇਸ਼ ਹੈ, ਜਦੋਂ ਮਹਾਰਾਜ ਸਾਹਿਬ ਦੇ ਕੋਲ ਵਿਸਾਖੀ ਦੇ ਜੋੜ ਮੇਲੇ ਤੇ ਚੇਤ ਮਹੀਨਾ ਇੱਥੇ ਬਤੀਤ ਕੀਤਾ ਪਾਤਸ਼ਾਹ ਨੇ। ਫਿਰ ਵਿਸਾਖ ਚੜ੍ਹਨ ਦੇ ਸਮੇਂ, ਵਿਸਾਖੀ ਤੋਂ ਪਹਿਲਾਂ ਹੀ ਵਿਸਾਖੀ ਦੇ ਪੁਰਬ ਤੇ ਬਹੁਤ ਸੰਗਤ ਆਉਣੀ ਸ਼ੁਰੂ ਹੋ ਗਈ ਕਰਤਾਰਪੁਰ। ਇਸੇ ਤਰ੍ਹਾਂ ਜੰਗਲ ਦੇਸ਼ ਮਾਲਵੇ ਦੀ ਧਰਤੀ ਤੋਂ ਅਜਮਤ ਪੂਰਨ ਭਗਤੂ ਭਾਈ। ਜੋ ਭਾਈ ਭਗਤੂ ਮਹਾਰਾਜ ਦਾ ਸ਼ਕਤੀਆਂ ਦੇ ਵਿੱਚ ਪੂਰਨ ਗੁਰਸਿੱਖ ਹੈ, ਜਿਹਦੇ ਅੰਦਰ ਬੜੀਆਂ ਕਰਾਮਾਤਾਂ ਹਨ। ਦੀਪ ਮਾਲਕਾ ਅਪਰ ਬਸੋਏ। ਹਾਂ, ਇਹਦਾ ਵੀ ਇਸ ਤਰ੍ਹਾਂ ਦਾ ਨੇਮ ਸੀ ਵੀ ਭਾਵੇਂ ਦੀਵਾਲੀ ਦਾ ਜੋੜ ਮੇਲਾ ਹੋਵੇ ਤੇ ਭਾਵੇਂ ਵਿਸਾਖੀ ਦਾ ਸਮਾਂ ਹੋਵੇ, ਕਸ਼ਟ ਮਾਸ ਗੁਰ ਦਰਸ਼ਨ ਜੋਏ। 6 ਮਹੀਨਿਆਂ ਪਿੱਛੋਂ ਭਾਈ ਭਗਤੂ ਸੰਗਤ ਦੇ ਸਮੇਤ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਦਾ ਹੈ। ਸਿੱਖ ਸੰਗਤ ਕੇਤਕ ਕੇ ਸਾਥ। ਤੇ ਕਿੰਨੀਆਂ ਹੀ ਸਿੱਖ ਸੰਗਤਾਂ ਜਦੋਂ ਭਾਈ ਭਗਤੂ ਮਾਲਵੇ ਦੇ ਵਿੱਚੋਂ ਚੱਲ ਕੇ ਆਉਂਦਾ, ਇਹਦੇ ਨਾਲ ਹੀ ਦਰਸ਼ਨ ਪਰਸਨ ਗੁਰੂ ਸਾਹਿਬ ਦੇ ਕੋਲ ਆਉਂਦੀਆਂ ਨੇ। ਜਾਏ ਬਿਲੋ ਕਹੀਂ ਸਤਿਗੁਰ ਨਾਥ। ਤੇ ਆਪਣੇ ਘਰਾਂ ਤੋਂ ਚੱਲ ਕੇ ਜਾਂਦੇ ਆ ਭਾਈ ਭਗਤੂ ਦੀ ਅਗਵਾਈ ਵਿੱਚ ਜਗਤ ਦੇ ਮਾਲਕ ਸਤਿਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਦੇ ਨੇ। ਅਲਪ ਬੈਸਤੇ ਸ੍ਰੀ ਹਰਿਰਾਏ। ਭਾਈ ਭਗਤੂ ਦੇ ਬਾਬਤ ਇਸ ਤਰ੍ਹਾਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਪ੍ਰੇਮ ਸੀ ਵੀ ਜਦੋਂ ਸਰੀਰ ਦੀ ਉਮਰ ਛੋਟੀ ਹੋਈ ਸੀ ਨਾ, ਹਜੇ 8 ਵਰੇ ਦੇ ਕੁਝ ਕੁ ਮਹੀਨੇ ਸੀ, ਜਦੋਂ ਗੁਰਤਾ ਗੱਦੀ ਤੇ ਗੁਰੂ ਹਰਿਰਾਏ ਸਾਹਿਬ ਜੀ ਬਿਰਾਜਮਾਨ ਹੋ ਗਏ। ਦੇਖੇ ਭਗਤੂ ਕੋ ਮੁਸਕਾਏ। ਤੇ ਜਦੋਂ ਵੀ ਭਾਈ ਭਗਤੂ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਤੇ ਮਹਾਰਾਜ ਨੂੰ ਵੇਖ ਕੇ
ਮੁਸਕਰਾਉਣ ਲੱਗ ਪੈਂਦੇ, ਖੁਸ਼ ਹੋ ਜਾਂਦੇ। ਹਸਨ ਹੇਤ ਮੁਖ ਗਿਰਾ ਅਲਾਮਹਿ। ਤੇ ਮਹਾਰਾਜ ਹਾਸੀ ਕਰਨ ਦੇ ਲਈ ਕੋਈ ਮਖੌਲ ਜਿਹਾ ਕਰਦਿਆਂ ਹੋਇਆਂ, ਭਾਈ ਭਗਤੂ ਨਾਲ ਪ੍ਰੇਮ ਜਿਹਾ ਕਰਦਿਆਂ ਹੋਇਆਂ ਮੁਖ ਦੇ ਵਿੱਚੋਂ ਇਸ ਤਰ੍ਹਾਂ ਕੁਝ ਨਾ ਕੁਝ ਬਚਨ ਕਰ ਦਿੰਦੇ। ਮਹਾਮ੍ਰਿਤ ਕੋ ਪਿਖ ਹਰਖਾਵੈ। ਕਿਉਂਕਿ ਸੇਵਾ ਕਰਦਿਆਂ ਬਿਰਧ ਹੋ ਗਿਆ ਭਾਈ ਭਗਤੂ, ਬੜੇ ਲੰਮੇ ਸਮੇਂ ਤੋਂ ਗੁਰੂ ਘਰ ਦੀ ਬੰਦਗੀ ਭਗਤੀ ਕਰਦਾ, ਤੇ ਇਹਨੂੰ ਵੇਖ ਕੇ ਸਦਵੇਂ ਪਾਤਸ਼ਾਹ ਬਹੁਤ ਹੀ ਖੁਸ਼ ਹੁੰਦੇ ਸਨ। ਆਵੋ ਭਾਈ ਕੋ ਅਬ ਕਰਨੀ। ਆ ਇੱਕ ਵਾਰ ਜਦੋਂ ਇਹਨੇ ਕੀਰਤਪੁਰ ਗਿਆ ਸੀ ਵੀ ਮਹਾਰਾਜ ਮੈਨੂੰ ਕੋਈ ਸੇਵਾ ਦਿਓ, ਤੇ ਪਾਤਸ਼ਾਹ ਨੇ ਉਦੋਂ ਵੀ ਕਿਹਾ ਸੀ ਵੀ ਕੋਈ ਹੁਣ ਚਰਖਾ ਚੁਰਖਾ ਸਹੇੜ ਲੈ, ਵੀ ਬਿਰਧ ਉਮਰੇ ਤੇਰੀ ਕੋਈ ਸੇਵਾ ਕਰੇ, ਤੂੰ ਹੁਣ ਸੇਵਾ ਕੀ ਕਰਨੀ, ਹੋਰ ਆਪਣੀ ਸੇਵਾ ਦਾ ਸੋਚ। ਤੇ ਫਿਰ ਵੀ ਬਹੁਤ ਹੀ ਰਾਂ ਕਹਿਣ ਤੇ ਖੇਤੀ ਦਾ ਜੋ ਕੰਮ ਬਖਸ਼ਿਆ ਸੀ ਵੀ ਖੇਤੀ ਦੀ ਸੰਭਾਲ ਕਰੋ, ਤੇ ਹਰ 6 ਮਹੀਨਿਆਂ ਪਿੱਛੋਂ ਮਹਾਰਾਜ ਕੋਲ ਭਾਈ ਭਗਤੂ ਆਉਂਦਾ, ਤੇ ਜਦੋਂ ਆਉਂਦਾ ਹੈ ਸਤਿਗੁਰੂ ਸਾਹਿਬ ਜੀ ਉਦੋਂ ਕਹਿੰਦੇ ਆਵੋ ਭਾਈ, ਹੈ ਭਾਈ ਭਗਤੂ ਜੀ ਆਓ ਜੀ ਆਇਆ, ਤੇ ਨਾਲ ਹੀ ਕਹਿ ਦੇਣਾ ਕੋ ਅਬ ਕਰਨੀ, ਕਹਿੰਦੇ ਹੁਣ ਕੋਈ ਨਾ ਕੋਈ ਆਪਣੇ ਘਰੇ ਕੋਈ ਸੇਵਾ ਵਾਸਤੇ ਕੋਈ ਘਰ ਵਾਲੀ ਲੈ ਆਉਣਾ ਕਰ। ਕਰੋ ਸਹੇਰਨ ਸੁੰਦਰ ਤਰਨੀ। ਹਾਂ ਕੋਈ ਹੁਣ ਤਾਂ ਸਰੀਰ ਬਿਰਧ ਹੋ ਚੱਲਿਆ, ਇਹ ਵੀ ਕੋਈ ਸੇਵਾ ਹੈ ਪਿਛਲੀ ਉਮਰੇ ਕਰੇ, ਕੋਈ ਸੁੰਦਰ ਕੋਈ ਜਵਾਨ ਕੰਨਿਆ ਲੈ ਆਉਣਾ ਕਰ। ਕੈ ਸਿੱਖਨ ਮਹਿ ਔਰ ਹਰ ਖਾਵੈ। ਇਸ ਤਰ੍ਹਾਂ ਮਹਾਰਾਜ ਭਾਈ ਭਗਤੂ ਨੂੰ ਕਹਿੰਦੇ, ਤੇ ਸਤਿਗੁਰੂ ਆਪ ਵੀ ਫਿਰ ਹੱਸ ਪੈਂਦੇ, ਤੇ ਹੋਰ ਜਿਹੜੇ ਸਿੱਖ ਸੁਣਦੇ ਸੁਣਾਉਂਦੇ ਉਹ ਵੀ ਭਾਈ ਭਗਤੂ ਦੇ ਸਮੇਤ ਖੁਸ਼ ਹੋ ਜਾਂਦੇ, ਹੱਸ ਪੈਣਾ। ਹਸੈ ਹੇਰ ਕਰ ਮਾਨ ਵਧਾਵੈ। ਇਸ ਤਰ੍ਹਾਂ ਹੱਸਾਂ ਹੇਰ ਕਰ ਵੇਖ ਵੇਖ ਕੇ ਭਾਈ ਭਗਤੂ ਨੂੰ ਮਹਾਰਾਜ ਹਾਸਾ ਕਰਦੇ, ਸਿੱਖ ਵੀ ਮਖੌਲ ਕਰਦੇ, ਪ੍ਰੇਮ ਦੇ ਨਾਲ ਬੜਾ ਮਾਨ ਸਤਿਕਾਰ ਵਧਾਉਂਦੇ। ਸੁਨ ਭਗਤੂ ਬੰਦਨ ਕਰ ਪਾਏ ਨਾ। ਤੇ ਮਹਾਰਾਜ ਦਾ ਬਚਨ ਸੁਣ ਕੇ ਭਾਈ ਭਗਤੂ ਵੀ ਅੱਗੋਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਹੀ ਮੱਥਾ ਟੇਕ ਦਿੰਦਾ, ਹੋਰ ਕੁਝ ਨਾ ਬੋਲਦਾ। ਨਿਕਟ ਸੁ ਬੈਠੈ ਅਰ ਪਉ ਪਾਏ ਤੇ ਨਾ। ਜਿਹੜੀ ਕੋਈ ਭੇਟਾ ਲੈ ਕੇ ਆਇਆ ਹੁੰਦਾ ਉਹ ਮਹਾਰਾਜ ਨੂੰ ਅਰਪਣ ਕਰਕੇ ਤੇ ਸਤਿਗੁਰਾਂ ਦੇ ਚਰਨਾਂ 'ਚ ਹੀ ਬੈਠ ਜਾਣਾ। ਜਬ ਡੇਰਾ ਲੱਖ ਪੁਰ ਕਰਤਾਰ। ਹੁਣ ਇਸ ਵਾਰੀ ਕਹਿੰਦੇ ਹੁਣ ਵਿਸਾਖੀ ਦਾ ਜੋੜ ਮੇਲਾ ਨੇੜੇ ਆਇਆ, ਤੇ ਭਾਈ ਭਗਤੂ ਨੂੰ ਪਤਾ ਲੱਗ ਗਿਆ ਵੀ ਗੁਰੂ ਹਰਿ ਸਾਹਿਬ ਨੇ ਡੇਰਾ ਕਰਤਾਰਪੁਰ ਕੀਤਾ ਹੋਇਆ ਏ। ਗੁਰ ਦਰਸ਼ਨ ਕੋ ਸਮਾ ਵਿਚਾਰ। ਸਤਿਗੁਰਾਂ ਦੇ ਦਰਸ਼ਨਾਂ ਦਾ ਸਮਾਂ ਵਿਚਾਰ ਕੇ ਵੀ 6 ਮਹੀਨੇ ਹੋ ਗਏ ਨੇ ਦਰਸ਼ਨ ਕੀਤਿਆਂ ਨੂੰ। ਗਮਨਿਓ ਕਰਤੇ ਮਗ ਮਹਿ ਆਇਓ। ਆਪਣੇ ਘਰੋਂ ਭਾਈ ਭਗਤੂ ਚੱਲ ਪਿਆ, ਰਸਤੇ ਤੇ ਤੁਰਿਆ ਆ ਰਿਹਾ ਹੈ ਕਰਤਾਰਪੁਰ ਵੱਲ ਨੂੰ, ਗੁਰੂ ਹਰਿ ਸਾਹਿਬ ਦੇ ਦਰਸ਼ਨ ਪਰਸਨ ਕਰਨ। ਤਨ ਕੋ ਅੰਤ ਸਮਾ ਨੀਰਾਇਓ। ਇਹ ਵੀ ਇਹਨੇ ਜਾਣ ਲਿਆ ਵੀ ਹੁਣ ਮੇਰੇ ਸਰੀਰ ਦਾ ਅੰਤ ਦਾ ਸਮਾਂ ਨੇੜੇ ਆ ਚੁੱਕਾ ਹੈ। ਇਹ ਮਨ ਜਾਣ ਵਿਚਾਰਤ ਭਇਓ। ਇਸ ਤਰ੍ਹਾਂ ਮਨ 'ਚ ਜਾਣ ਕੇ ਭਾਈ ਭਗਤੂ ਵਿਚਾਰ ਕਰਨ ਲੱਗਾ ਵੀ ਐਰ ਕਿ ਮੈਂ ਸਤਿਗੁਰਾਂ ਕੋ ਗਿਆ, ਮੁੜ ਕੇ ਵਾਪਸ ਨਹੀਂ ਆਉਣਾ, ਸਰੀਰ ਦਾ ਹੁਣ ਸਮਾਂ ਆ ਗਿਆ, ਉੱਥੇ ਚੜ੍ਹਾਈ ਕਰ ਜਾਣੀ ਹੈ। ਸ੍ਰੀ ਗੁਰ ਬਾਕ ਬਾਰ ਬਹੁ ਕੀਓ। ਪਰ ਮੈਂ ਜਦੋਂ ਵੀ ਗੁਰਾਂ ਕੋ ਗਿਆ ਹਾਂ, ਗੁਰੂ ਹਰਿ ਸਾਹਿਬ ਜੀ ਨੇ ਬਹੁਤ ਵਾਰ ਮੈਨੂੰ ਇਸ ਤਰ੍ਹਾਂ ਦੇ ਬਚਨ ਕਹੇ ਹਨ। ਚਰਖਾ ਕਰੋ ਸਹੇਰਨ ਕੋਈ। ਮੈਨੂੰ ਇਦਾਂ ਹੀ ਮਹਾਰਾਜ ਕਹਿੰਦੇ ਜਦੋਂ ਮੈਂ 6 ਮਹੀਨੇ ਜਾਣਾ ਵੀ ਭਾਈ ਭਗਤੂ ਕੋਈ ਹੁਣ ਚਰਖਾ ਚੁਰਖਾ ਸਹੇੜ ਲੈ, ਕੋਈ ਹੁਣ ਤੂੰ ਵਿਆਹ ਕਰਾ ਲੈ, ਤੂੰ ਆਪਣਾ ਬਿਰਧ ਹੋ ਗਿਆ ਏ। ਕੈਸੇ ਨਿਸ਼ਫਲ ਹੋਏ ਹੈ ਤੇ ਸੋਈ। ਮਨ ਵਿੱਚ ਸੋਚਿਆ ਵੀ ਮਹਾਰਾਜ ਸਾਹਿਬ ਹਰ ਵਾਰੀ ਕਹਿੰਦੇ ਯਾਰ ਕੀ ਤਾਂ ਹੁਣ ਮੈਂ ਚੜ੍ਹਾਈ ਕਰ ਜਾਣਾ, ਗੁਰੂ ਸਾਹਿਬ ਦੇ ਬਚਨ ਕਿਸ ਤਰ੍ਹਾਂ ਨਿਸ਼ਫਲ ਵਿਅਰਥ ਜਾਣਗੇ। ਕਰਬੋ ਬਨੇ ਮੋਹੇ ਕਹੋ ਸੱਚਾ। ਇਸ ਕਰਕੇ ਗੁਰੂ ਦੇ ਬਚਨ ਜਿਹੜੇ ਹਨ ਉਹ ਝੂਠੇ ਨਹੀਂ ਪੈਣੇ ਚਾਹੀਦੇ, ਮੈਨੂੰ ਬਚਨ ਉਹ ਸੱਚਾ ਕਰ ਦੇਣਾ ਚਾਹੀਦਾ ਵਿਆਹ ਵਾਲਾ। ਅਨੇਕ ਬਾਰ ਗੁਰ ਹਸਤ ਉਬਾਚਾ। ਕਿਉਂਕਿ 7ਵੇਂ ਪਾਤਸ਼ਾਹ ਨੇ ਭਾਈ ਭਗਤੂ ਵਿਚਾਰਦਾ ਵੀ ਅਨੇਕਾਂ ਹੀ ਵਾਰ ਸੰਗਤ ਦੇ ਵਿੱਚ ਹੀ ਮੈਨੂੰ ਹੱਸਦਿਆਂ ਹੋਇਆਂ ਕਿਹਾ ਵੀ ਤੂੰ ਕੋਈ ਆਪਣੀ ਸੇਵਾ ਦਾ ਕੋਈ ਬੁਢੇਪੇ ਦਾ ਪ੍ਰਬੰਧ ਕਰ ਲੈ। ਅਬ ਕੈ ਮਮ ਤਜ ਤਜਬੋ ਹੋਏ। ਤੇ ਇਸ ਵਾਰ ਤੇ ਕਹਿੰਦਾ ਵੀ ਹੁਣ ਮੇਰਾ ਸਰੀਰ ਵੀ ਛੁੱਟ ਜਾਏਗਾ, ਮਹਾਰਾਜ ਸਾਹਿਬ ਦੇ ਕੋਲੋਂ ਮੈਂ ਵਾਪਸ ਨਹੀਂ ਆਵਾਂਗਾ। ਜਾਂਦੇ ਕਰਨ ਵਿਆਹ ਭਲ ਜੋਏ। ਇਸ ਕਰਕੇ ਮੈਨੂੰ ਭਲਾ ਇਹੀ ਹੈ ਵੀ ਗੁਰੂ ਦਾ ਬਚਨ ਨਾ ਛੋਟਾ ਪਵੇ। ਇਹ ਬਚਨ ਸਫਲਾ ਕਰਨ ਦੇ ਲਈ ਇਹ ਕੋਈ ਜੁਗਤੀ ਜੀ ਦੇ ਨਾਲ ਵਿਆਹ ਕਰ ਹੀ ਲੈਣਾ ਚਾਹੀਦਾ ਏ। ਨਾਹੇ
ਤਾਂ ਰਹਿ ਜੈ ਅਦ ਮਾਹੀ। ਨਹੀਂ ਤਾਂ ਗੁਰੂ ਸਾਹਿਬ ਦਾ ਬਚਨ ਹੈ ਤਾਂ ਅੱਧ ਜੇ 'ਚ ਹੀ ਰਹਿ ਜਾਾਂਗੇ ਵੀ ਮਹਾਰਾਜ ਦਾ ਬਚਨ ਨਾ ਮੰਨਣ ਕਰਕੇ ਤੇ ਫਿਰ ਇਹ ਗੱਲ ਚੰਗੀ ਨਹੀਂ ਹੋਊਗੀ। ਇਸ ਕਰਕੇ ਮੈਨੂੰ ਯਤਨ ਕਰਕੇ ਜਿਵੇਂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਹੈ ਇਹ ਵਿਆਹ ਕਰ ਲੈਣਾ ਜਿਹੜਾ ਇਹੀ ਭਲੀ ਗੱਲ ਹੈ। ਨਹੀਂ ਤੇ ਵਾਗ ਸਫਲ ਨਹੀਂ ਹੋਵੇਗਾ ਗੁਰੂ ਹਰਿ ਸਾਹਿਬ ਦਾ। ਮੋ ਕਹੋ ਕਬ ਨੀਕੋ ਨਾਹੀ। ਤੇ ਇਸ ਤਰ੍ਹਾਂ ਦਾ ਉਹ ਕਹਿੰਦਾ ਮੈਨੂੰ ਕੰਮ ਕਰਨਾ ਚੰਗਾ ਵੀ ਨਹੀਂ ਆ ਵੀ ਆਪਣੇ ਗੁਰੂ ਸਾਹਿਬ ਦਾ ਬਚਨ ਝੂਠਾ ਪਾ ਦੇਣਾ। ਇਸ ਵਿਦ ਮਗ ਮਹਿ ਚਿਤਵਤ ਇਹ ਭਾਈ ਭਗਤੂ ਇਸ ਤਰ੍ਹਾਂ ਰਸਤੇ 'ਚ ਆਉਂਦਾ ਸੋਚਦਾ ਵਿਚਾਰਦਾ ਆ ਰਿਹਾ। ਸਾਧ ਸੰਗਤ ਜੀ ਇਹਦੇ ਵਿੱਚ ਵੀ ਹੁਣ ਕਿਉਂਕਿ ਬਿਰਧ ਹੋਇਆ ਹੈ ਤੇ ਨੌਜਵਾਨ ਕੰਨਿਆ ਨਾਲ ਵਿਆਹ ਜਾਂ ਭਾਈ ਭਗਤੂ ਨੇ ਜਿਵੇਂ ਕਰਾਉਣਾ ਇਹ 'ਚ ਵੀ ਬੜੀ ਇਹ ਖੇਡ ਅੱਗੇ ਜਾ ਕੇ ਸਾਖੀ ਆਊ ਫਿਰੇ ਕਿਉਂਕਿ ਇਹ ਮਹਾਰਾਜ ਸਾਹਿਬ ਦੀ ਕਿਰਪਾ ਹੀ ਹੋਣੀ ਹੁੰਦੀ ਹੈ। ਤੇ ਉਹ ਕੋਈ ਵੱਡੇ ਭਾਗ ਵੱਡਾ ਹੀ ਨਗਰ ਵਸਾਉਣਾ ਬਹੁਤਿਆਂ ਸਿੱਖ ਸੰਗਤਾਂ ਦੇ ਉਸ ਬੀਬੀ ਨੇ ਪੂਜਨੀਕ ਹੀ ਹੋਣਾ ਸੀ। ਤੇ ਇਸ ਤਰ੍ਹਾਂ ਇਤਿਹਾਸ ਵਿੱਚ ਹੋਰ ਵੀ ਜਿਵੇਂ ਜ਼ਿਕਰ ਆਉਂਦੇ ਨੇ ਉਹ ਵੀ ਆਪਾਂ ਉਸ ਵੇਲੇ ਜ਼ਿਕਰ ਕਰਾਂਗੇ ਵੀ ਜੋ ਮਾਈਆਂ ਇਸ ਤਰ੍ਹਾਂ ਮਹਾਰਾਜ ਦੇ ਸਿੱਖਾਂ ਦੀ ਸੇਵਾ ਕਰਦੀਆਂ ਰਹੀਆਂ ਬਚਨ ਦੇ ਨਾਲ ਹੀ ਉਹਨਾਂ ਨੇ ਜਿਵੇਂ ਮਨ ਮਲਿਆ ਲਿਆ। ਭਾਈ ਬਚਿੱਤਰ ਸਿੰਘ ਦੀ ਸਾਖੀ ਆਉਂਦੀ ਹੈ, ਫਿਰ ਭਾਈ ਸਤਵੰਤ ਸਿੰਘ ਦੀ ਸਾਖੀ ਆਉਂਦੀ ਜਿਨ੍ਹਾਂ ਇੰਦਰਾ ਨੂੰ ਸੋਧਿਆ ਸੀ। ਉਹਨਾਂ ਦੇ ਘਰੋਂ ਬੀਬੀਆਂ ਦੀ ਸਾਖੀ ਜੋ ਆਉਂਦੀ ਹੈ ਉਹਨਾਂ ਨੂੰ ਵਡਿਆਈ ਹੋਈ ਦੇਣੀ ਸੀ ਮਹਾਰਾਜ ਸਾਹਿਬ ਨੇ। ਇੱਦਾਂ ਦਾ ਹੀ ਇਹ ਪ੍ਰਸੰਗ ਭਾਈ ਭਗਤੂ ਦੇ ਨਾਲ ਹੋਣ ਲੱਗਾ। ਇਹਨੇ ਮਹਾਰਾਜ ਦਾ ਬਚਨ ਸੱਚਾ ਕਰਨ ਦੇ ਲਈ ਸੋਚਿਆ ਵੀ ਮੈਨੂੰ ਵਿਆਹ ਜਾਂਦਿਆਂ ਹੁਣ ਕਿਤੇ ਕਰਾ ਹੀ ਲੈਣਾ ਚਾਹੀਦਾ ਯਾਰ ਕਿ ਸਤਿਗੁਰੂ ਪੁੱਛਣ ਹੀ ਨਾ। ਜੇ ਪੁੱਛਣ ਤਾਂ ਮੈਂ ਫਿਰ ਕਹਿ ਦਿਆਂਗਾ ਵੀ ਸਤਿਗੁਰੂ ਐਰ ਕੀ ਚਰਕਾ ਸਹੇੜ ਹੀ ਲਿਆ। ਐਵੇਂ ਸੋਚਦਾ ਵਿਚਾਰਦਾ ਰਸਤੇ 'ਚ ਆ ਰਿਹਾ ਸੀ। ਦੇਖਿਓ ਏਕ ਖੇਤ ਮਨ ਭਾਵਤ। ਕੀ ਵੇਖਦਾ ਵੀ ਇੱਕ ਬੜਾ ਸੋਹਣਾ ਮਨ ਭਾਉਂਦਾ ਖੇਤ ਉੱਗਿਆ ਹੋਇਆ ਉਹ 'ਚ ਫਸਲ ਹੋਈ ਆ। ਪੱਕਣ ਲੱਗਿਓ ਬਾਜਰਾ ਤਹਾਂ। ਤੇ ਬਾਜਰਾ ਜਿਹੜਾ ਇਹ ਪੱਕਣ ਲੱਗਾ ਇਹ ਬਾਜਰੇ ਦੀ ਰਾਖੀ ਦੇ ਉਸ ਸਮੇਂ ਮਿਲੇ ਬਹੰਗਮ ਚੁਗਬੇ ਜਹਾਂ। ਜਿੱਥੇ ਮਿਲ ਕੇ ਪੰਛੀ ਤੋਤੇ ਆਦਿਕ ਹੋਰ ਪੰਛੀ ਜਿਹੜੇ ਬਾਜਰਾ ਉਹਦੇ ਫਲ ਖਾਣ ਵਾਸਤੇ ਚੁਗਣ ਦੇ ਵਾਸਤੇ ਤੇ ਇਕੱਠੇ ਹੋ ਕੇ ਡਾਰਾਂ ਬੰਨ ਕੇ ਆਉਂਦੇ ਹਨ। ਦਵਾਦਸ਼ ਬਰਖਨ ਕੀ ਇੱਕ ਕੰਨਿਆ। ਤੇ ਭਾਈ ਭਗਤੂ ਨੇ ਕੀ ਵੇਖਿਆ ਵੀ ਉੱਥੇ ਇੱਕ ਕੰਨਿਆ ਨੌਜਵਾਨ ਬੀਬੀ ਉਸ ਬਾਜਰੇ ਦੇ ਖੇਤ ਅੰਦਰ ਸੁੰਦਰ ਰੂਪ ਵਿਸ਼ਾਲ ਸੁਪੰਨਿਆ। ਜੋ ਸੁੰਦਰ ਸਰੂਪ ਦੇ ਸ਼ੁਭ ਗੁਣਾ ਕਰਕੇ ਸੰਪੰਨ ਹੈ। ਸਾਰੇ ਗੁਣ ਜਾਪਦੇ ਵੀ ਚੰਗੇ ਨੇਕ ਗੁਣ ਉਹਦੇ ਅੰਦਰ ਹੋਣ। ਕਰਤ ਉਡਾਵਨ ਖਗ ਸਮੁਦਾਇ। ਉਹ ਜਿੰਨੇ ਵੀ ਪੰਛੀ ਆ ਕੇ ਬਾਜਰੇ ਤੇ ਬੈਠਦੇ ਆ ਖਾਣ ਖੂਣ ਦਾ ਯਤਨ ਜਿਹਾ ਕਰਦੇ ਆ ਤੇ ਇਹ ਹਾਰ ਪੌਰਾ ਪਾ ਕੇ ਤਾੜੀਆਂ ਮਾਰ ਕੇ ਕੋਈ ਬਰਤਨ ਖੜਕਾ ਕੇ ਜਾਂ ਜਿਵੇਂ ਕਿਵੇਂ ਵੀ ਉਹਨਾਂ ਤੋਤੇ ਆਦਿਕ ਜਿਹੜੇ ਪੰਛੀ ਬੈਠਦੇ ਨੇ ਉਹਨਾਂ ਨੂੰ ਬਾਜਰੇ ਤੋਂ ਉਡਾ ਰਹੀ ਹੈ। ਖੇਤ ਪਕਾਵਤ ਚੁਗਣ ਬਚਾਇਆ। ਖੇਤ ਚੁਗਣ ਤੋਂ ਬਚਾਉਂਦੀ ਹੈ ਤੇ ਉਹਨਾਂ ਨੂੰ ਉਡਾਉਣ ਦੇ ਲਈ ਪੁਕਾਰਾਂ ਕਰਦੀ ਹਾਏ ਪੌਰਾ ਪਾਰੀ ਦੁਹਾਈ ਮਚਾਉਂਦੀ ਹੈ। ਕਿਸੇ ਬਿਲੋਕਤ ਚਿਤ ਮਹਿ ਆਈ। ਉਹਨੂੰ ਵੇਖ ਕਰਕੇ ਭਾਈ ਭਗਤੂ ਦੇ ਮਨ 'ਚ ਖਿਆਲ ਆਇਆ ਇੱਕ ਰਾਹਕ ਕੀ ਸੁਤਾ ਸੁਹਾਈ। ਇਹ ਜਿਹੜਾ ਕੋਈ ਕਿਸਾਨ ਹੈ ਉਹਦੀ ਇਹ ਜੋ ਧੀ ਹੈ ਬੜੀ ਸੁਹਾਵਣੀ ਸ਼ੁਭ ਗੁਣਾਂ ਵਾਲੀ ਜਾਪਦੀ ਹੈ। ਗੁਰ ਕੋ ਬਾਕ ਸਫਲ ਕਰਦਾ। ਤੇ ਇਹਨੂੰ ਵਡਿਆਈ ਵੀ ਹੁਣ ਮਿਲਣੀ ਹੈ ਤੇ ਇਸ ਕਰਕੇ ਗੁਰੂ ਸਾਹਿਬ ਦੇ ਬਚਨ ਜਿਹੜੇ ਸਨ ਉਹ ਵੀ ਮੈਂ ਸਫਲੇਕਾਰੀ ਦੇਵਾਂ। ਜਿਹੜਾ ਮਹਾਰਾਜ ਵਾਰ-ਵਾਰ ਮੈਨੂੰ ਕਹਿੰਦੇ ਸੀ ਵੀ ਚਰਖਾ ਸਹੇੜ ਲੈ ਕੋਈ ਨੌਜਵਾਨ ਕੰਨਿਆਂ ਨੂੰ ਸੇਵਾ ਕਰਨ ਦਾ ਮੌਕਾ ਦੇ। ਇਸ ਕੈ ਸੰਗ ਵਿਆਹ ਕਰ ਲੈ। ਇਹਦੇ ਨਾਲ ਕਹਿੰਦਾ ਵੀ ਮੈਂ ਵਿਆਹ ਕਰ ਹੀ ਲਵਾਂ ਗੁਰੂ ਸਾਹਿਬ ਦਾ ਹੁਕਮ ਪੂਰਾ ਹੋ ਜਾਏਗਾ। ਵਿਚਾਰ ਕਰ ਬਿਰਧ ਬਹੁ ਭਾਈ। ਇਸ ਤਰ੍ਹਾਂ ਭਾਈ ਬਿਰਧ ਬੁਢੇਪੇ ਦੀ ਅਵਸਥਾ ਜੋ ਭਾਈ ਭਗਤੂ ਆਇਆ ਹੈ। ਹਾਥ ਲਸ਼ਟਕਾ ਚਲਤ ਟਿਕਾਈ। ਛੋਟਾ ਹੱਥ ਵਿੱਚ ਪਕੜਿਆ ਸੀ ਧਰਤੀ ਤੇ ਟਿਕਾ ਕੇ ਚੱਲ ਰਿਹਾ ਸੀ ਰਸਤੇ ਉੱਪਰ। ਸਨੇ ਸਨੇ ਮਗ ਮਹਿ ਪਗ ਡਾਲ। ਸਹਿਜੇ ਧਰਤੀ ਤੇ ਪੈਰ ਰੱਖਦਿਆਂ ਹੋਇਆਂ ਭਾਈ ਭਗਤੂ ਨੇ
ਜਬ ਡਿਗ ਪਹੁੰਚਿਓ ਤਿਸ ਕੇ ਚਾਲਤ। ਜਦੋਂ ਚੱਲਦਿਆਂ ਉਹ ਕਿਸਾਨ ਦੀ ਉਹ ਨੌਜਵਾਨ ਬੱਚੀ ਦੇ ਨੇੜੇ ਭਾਈ ਭਗਤੂ ਸਿੱਖ ਪਹੁੰਚਿਆ। ਉਪਰ ਦ੍ਰਿਸ਼ਟ ਕਰੀ ਤਿਸ ਹੇਰਾ। ਤੇ ਉੱਪਰ ਨੂੰ ਨਿਗਾਹ ਕਰਕੇ ਤੇ ਉਸ ਲੜਕੀ ਵੱਲ ਭਾਈ ਭਗਤੂ ਨੇ ਵੇਖ ਕੇ ਕਹਿਣਾ ਕੀਤਾ, ਫੇਰੇ ਫਿਰਨ ਹੇਤ ਕਹੇ ਫੇਰਾ। ਫੇਰੇ ਫਿਰਨ ਹੇਤ ਕਹਿ ਫੇਰਾ। ਤੇ ਫੇਰੇ ਫਿਰਨ ਵਾਸਤੇ ਕਹਿੰਦੇ ਵੀ ਉਸ ਹਿੱਤ ਤੇ ਭਾਈ ਭਗਤੂ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਦਾ ਬਚਨ ਆਖਿਆ। ਊਟ ਕਾਸ ਕੋ ਅਹਿ ਉਗਾਹ। ਕਹਿਣ ਲੱਗੇ ਵੀ ਹੁਣ ਇੱਥੇ ਤਾਂ ਕੋਈ ਜਿਵੇਂ ਪੈਂਚ ਕੋਈ ਨੰਬਰਦਾਰ ਹੁੰਦਾ ਹੈ ਨਾ, ਪਿੰਡ ਦਾ ਚੌਧਰੀ ਮੁਖੀ ਜਿਹੜਾ ਗਵਾਹ ਬਣਦਾ ਹੈ ਵਿਆਹ ਦੇ ਸਮੇਂ, ਜਿਹਦੀ ਗਵਾਹੀ ਪੈਂਦੀ ਆ ਵੀ ਹਾਂ ਮੇਰੀ ਹਾਜ਼ਰੀ 'ਚ ਵਿਆਹ ਹੋਇਆ ਵੀ ਮੈਂ ਇਹਦੀ ਜਾਮਣੀ ਭਰਦਾ। ਤੇ ਭਾਈ ਭਗਤੂ ਕਹਿੰਦਾ ਵੀ ਇੱਥੇ ਖੇਤ ਦੇ ਵਿੱਚ ਤਾਂ ਹੁਣ ਕੋਈ ਚੌਧਰੀ ਕੋਈ ਇੱਥੇ ਨੰਬਰਦਾਰ ਪੈਂਚ ਸਰਪੰਚ ਹੈ ਨਹੀਂ ਆ, ਜਿਹੜੇ ਬੂਟੇ ਹੀ ਹੈ ਨਾ ਕਾਈ ਦੱਬਦੇ ਇਹੀ ਗਵਾਹ ਨੇ। ਹੁਣ ਮੇਰੇ ਇਹਨਾਂ ਦੀ ਗਵਾਹੀ ਇਹਨਾਂ ਦੇ ਹੁੰਦੇ ਹੀ ਮੈਂ ਆ ਵਿਆਹ ਰਚਣ ਲੱਗਾ ਹਾਂ। ਇਸ ਦੇ ਸੰਗ ਕਰੋ ਮੈਂ ਵਿਆਹ। ਤੇ ਉਹ ਭਾਈ ਭਗਤੂ ਨੇ ਜੋ ਦੱਬ ਆਦਿਕ ਹੋਰ ਘਾਹ ਆਦਿਕ ਦੇ ਜੋ ਬੂਟੇ ਜੇ ਉੱਗੇ ਸਨ ਤੇ ਉਹਨਾਂ ਨੂੰ ਐਵੇਂ ਆਪਣਾ ਗਵਾਹ ਬਣਾ ਕੇ ਉਹਨਾਂ ਨਾਲ ਗੱਲ ਕਰਦਿਆਂ ਕਹਿਣ ਲੱਗਾ ਵੀ ਵੇਖੋ ਵੀ ਬੂਟਿਓ, ਇਹ ਜੋ ਲੜਕੀ ਆ ਨੌਜਵਾਨ ਆ, ਤੁਹਾਡੀ ਗਵਾਹੀ ਦੇ ਵਿੱਚ ਮੈਂ ਇਹਦੇ ਨਾਲ ਵਿਆਹ ਕਰਨ ਲੱਗਾ ਹਾਂ। ਭਈ ਭਾਰਜਾ ਮੇਰੀ ਅਬੈ। ਇਹ ਅੱਜ ਤੋਂ ਮੇਰੀ ਭਾਰਜਾ ਇਸਤਰੀ ਹੋਈ, ਮੇਰੇ ਘਰ ਵਾਲੀ ਬਣ ਗਈ ਹੈ। ਗਾਨ ਸੁਨੋ ਇਹ ਸਭੈ। ਤੇ ਸਭ ਪੰਛੀਓ ਉੱਡਣ ਵਾਲਿਓ ਤੁਸੀਂ ਵੀ ਸੁਣੋ, ਹੇ ਤ੍ਰਿਣ ਘਾਹ ਆਦਿਕ ਤੁਸੀਂ ਵੀ ਸਾਰੇ ਇਹ ਗੱਲ ਸੁਣ ਲਓ, ਜਾਣ ਲੈਣਾ ਕਰੋ। ਕਿਉਂਕਿ ਇਹ ਸਾਧ ਸੰਗਤ ਜੀ ਭਾਈ ਵੀਰ ਸਿੰਘ ਜੀ ਨੇ ਵੀ ਇਹ ਫੁੱਟਨੋਟ ਲਿਖਿਆ ਵੀ ਇਸ ਤਰ੍ਹਾਂ ਦਾ ਇਹ ਜੋ ਕੌਤਕ ਵਰਤਿਆ ਹੈ ਨਾ, ਭਾਈ ਜੀ ਨੇ ਬੀਬੀ ਦੀ ਕਲਿਆਣ ਦੇ ਲਈ ਕੌਤਕ ਕਰਕੇ ਇਸ ਤਰ੍ਹਾਂ ਵਿਚਾਰ ਕੀਤੀ ਹੈ। ਨਾਲੇ ਗੁਰੂ ਦਾ ਵਚਨ ਸਫਲਾ ਕਰਨਾ ਸੀ, ਕਹਿਣ ਕਹਾਉਣ ਨੂੰ ਉਹ ਸੰਬੰਧ ਜਿਹੜਾ ਸੀ ਉਹ ਰਿਸ਼ਤੇ ਦਾ ਵਿਆਹ ਵਾਲਾ ਬਣਨਾ ਹੈ, ਪਰ ਅਸਲ ਦੇ ਵਿੱਚ ਇਹਦੀ ਕਲਿਆਣ ਕਰਨ ਦੇ ਵਾਸਤੇ ਭਾਈ ਭਗਤੂ ਜੀ ਨੇ ਇਹ ਸਾਰਾ ਕੌਤਕ ਕੀਤਾ, ਕਿਉਂਕਿ ਬੜੇ ਨਾਮ ਰਸੀਏ ਸਨ ਤੇ ਇਹਨਾਂ ਦਾ ਬੜਾ ਸਤਿਕਾਰ ਸੀ। ਭਾਈ ਭਗਤੂ ਨਾਲ ਨਾਮ ਜੁੜਨ ਕਰਕੇ ਉਹ ਅੱਗੇ ਸਾਖੀ ਆਵੇਗੀ। ਇਸ ਬੀਬੀ ਦਾ ਨੌਜਵਾਨ ਕੰਨਿਆਂ ਦਾ ਬੜਾ ਸੰਗਤ ਵਿੱਚ ਸਤਿਕਾਰ ਹੋਇਆ, ਬੜਾ ਇਹਦਾ ਮਾਣ ਆਦਰ ਕਰਦੇ ਤੇ ਨਾਮ ਦੇ ਵਿੱਚ ਇਹਦੀ ਲਿਵ ਬਿਰਤੀ ਜੁੜ ਗਈ ਸੀ। ਤੇ ਭਾਈ ਭਗਤੂ ਇਸ ਤਰ੍ਹਾਂ ਕਹਿ ਰਹੇ ਹਨ ਵੀ ਹੇ ਪੰਛੀਓ, ਹੇ ਤੁਸੀਂ ਘਾਹ ਫੂਸ, ਇਹ ਮੇਰੀ ਗਵਾਹੀ ਦੇਣੀ, ਹੁਣ ਅੱਜ ਤੋਂ ਇਹ ਮੇਰੀ ਕੰਨਿਆ ਜੋ ਹੈ ਇਸਤਰੀ ਬਣ ਗਈ, ਘਰ ਵਾਲੀ ਹੋ ਗਈ ਹੈ। ਕਾਸ ਬੂਟ ਕੇ ਚਾਹੁ ਦਿਸ਼ ਮਾਹੇ। ਇਹਦੇ ਬਾਰੇ ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਵੀ ਆਪਣੇ ਫਿਰ ਇਹ ਧਰਮ 'ਚ ਕਾਇਮ ਰਹੀ ਬੀਬੀ ਸਦਾ ਹੀ, ਤੇ ਜਤ ਸਦ ਕਾਇਮ ਰੱਖਿਆ ਭਾਈ ਭਗਤੂ ਦੇ ਜਾਣ ਤੋਂ ਬਾਅਦ। ਬਹੁਤਾ ਹੀ ਚੰਗਾ ਤੇ ਨੇਕ ਆਚਰਣ ਜੀਵਨ ਹੋਇਆ ਇਸ ਦਾ। ਤੇ ਜਦੋਂ ਭਾਈ ਭਗਤੂ ਨੇ ਪੰਛੀਆਂ ਨੂੰ ਤੇ ਘਾਹ ਆਦਿਕ ਨੂੰ ਇਸ ਤਰ੍ਹਾਂ ਕਿਹਾ ਵੀ ਤੁਸੀਂ ਮੇਰੇ ਗਵਾਹ ਹੋ, ਦੇ ਕਾਸ ਬੂਟ ਕੋ ਜੋ ਦਿਸ਼ ਮਾਹੇ, ਤੇ ਉੱਥੇ ਕਾਈ ਦਾ ਬੂਟਾ ਜਿਹਾ ਸੀ, ਉਹਦੇ 4 ਸਫੇਰੇ ਭਾਈ ਭਗਤੂ ਨੇ ਕੀ ਕੀਤਾ, ਫੇਰ ਲਸ਼ਟਕਾ ਜਿਮਾ ਹੋਏ ਵਿਆਹ। ਜਿਵੇਂ ਵਿਆਹ ਹੋਣ ਲੱਗਿਆ ਫੇਰੇ ਲਏ ਜਾਂਦੇ ਨੇ ਨਾ, ਹੱਥ 'ਚ ਜਿਹੜੀ ਸੋਟੀ ਫੜੀ ਸੀ ਉਹੀ ਉਸ ਕਾਹੀ ਦੇ ਬੂਟੇ ਦੇ 4 ਸਫੇਰੇ ਡੰਡਾ ਜਿਹਾ ਹੀ ਘੁਮਾ ਕੇ ਤੇ ਉਹਨੂੰ ਜਦੋਂ ਗੋਲ ਗੋਲ ਚੱਕਰ ਜੇ ਕੱਢੇ ਜਿਵੇਂ ਫੇਰੇ ਲਏ ਜਾਂਦੇ ਹਨ। ਇਸ ਕੰਨਿਆ ਕਹੋ ਗਿਰਾ ਸੁਨਾਈ। ਉਹ ਘਾਹ ਦੇ ਦੁਆਲੇ ਜੇ ਇਸ ਤਰ੍ਹਾਂ ਡੰਡਾ ਜਿਹਾ ਘੁਮਾ ਕੇ ਕਹਿੰਦਾ ਵੀ ਹੁਣ ਬਸ ਮੇਰਾ ਵੀ ਇਹ ਵਿਆਹ ਹੋ ਗਿਆ। ਫਿਰ ਉਹ ਕੰਨਿਆ ਜਿਹੜੀ ਸੀ ਉਹਨੂੰ ਭਾਈ ਭਗਤੂ ਨੇ ਉੱਚੀ ਦੇਣੀ ਸੁਣਾ ਕੇ ਏਦਾਂ ਆਖਿਆ, ਮਹਾ ਬਿਰਦ ਤੇ ਸੁਨ ਤਲ ਜਾਈ। ਵੀ ਤੂੰ ਅੱਜ ਤੋਂ ਵੀ ਤੇਰੇ ਨਾਲ ਕੰਨਿਆ ਮੇਰਾ ਵਿਆਹ ਹੋ ਗਿਆ ਵੇ, ਫੇਰੇ ਵੀ ਹੋ ਗਏ ਐ, ਤੇ ਅੱਜ ਤੋਂ ਤੂੰ ਮੇਰੀ ਘਰ ਵਾਲੀ ਐ। ਤੇ ਇਸ ਤਰ੍ਹਾਂ ਜਦੋਂ ਕਹਿੰਦੇ ਵੀ ਬਿਰਧ ਅਵਸਥਾ ਭਾਈ ਭਗਤੂ ਦੀ, ਉਹ ਨੌਜਵਾਨ ਬੀਬੀ ਨੇ ਜਦੋਂ ਸੁਣਿਆ ਤੇ ਸੁਣ ਕੇ ਉਹ ਸ਼ਰਮਾ ਗਈ, ਲੱਜਿਆਵਾਨ ਹੋ ਗਈ। ਕਛੂ ਨ ਬੋਲੀ ਕੁਸ਼ਲ ਠਾਨੀ। ਤੇ ਅੱਗੋਂ ਕੁਝ ਬੋਲੀ ਨਹੀਂ ਹੈ, ਚੁੱਪ ਹੀ ਰਹੀ। ਭਾਈ ਭਗਤੂ ਦਾ ਇਹ ਬੋਲ ਸੁਣ ਕੇ ਵੀ ਮੇਰਾ ਵਿਆਹ ਹੋ ਗਿਆ ਅੱਜ ਤੋਂ ਤੇਰੇ ਨਾਲ। ਚਿਤ ਮਹਿ ਚਿਤਵਤ ਸੁਣੀ ਜੋ ਬਾਨੀ। ਜੋ ਕੰਨਾਂ ਨਾਲ ਸੁਣਿਆ ਸੀ ਉਹ ਚਿੱਤ ਵਿੱਚ ਜ਼ਰੂਰ ਵਿਚਾਰਨ ਲੱਗ ਪਈ ਹੈ ਵੀ ਇਹ ਕੀ ਬਾਤ ਬਣੀ ਹੈ, ਕੀ ਕਹਿ ਰਹੇ ਹਨ। ਭਾਈ ਮਗ ਚਲ
ਤਾਰਿਓ ਅਗਾਰੀ। ਤੇ ਇਸ ਤਰ੍ਹਾਂ ਸਾਧ ਸੰਗਤ ਕਹਿ ਕੇ ਭਾਈ ਭਗਤੂ ਤਾਂ ਅੱਗੇ ਕਰਤਾਰਪੁਰ ਦੇ ਰਸਤੇ ਨੂੰ ਚੱਲ ਪਿਆ। ਆਇਓ ਪੁਰ ਕਰਤਾਰ ਤੇ ਮਝਾਰੀ। ਕਰਤਾਰਪੁਰ ਨਗਰ ਦੇ ਵਿੱਚ ਆ ਗਿਆ। ਉਹ ਜੋ ਬੀਬੀ ਦੀ ਜਿਹੜੀ ਕਥਾ ਹੈ ਉਹ ਫਿਰ ਅੱਗੇ 4-5 ਸਾਖੀਆਂ ਤੋਂ ਬਾਅਦ ਇਹ ਤੋਂ ਅੱਗੇ ਆਵੇਗੀ। ਜਿਵੇਂ ਉਹ ਆਪਣੇ ਘਰੇ ਗਈ ਉਹਨੇ ਗੱਲ ਦੱਸੀ ਸਾਰੀ, ਉਹ ਸਾਖੀ ਜਿਹੜੀ ਆ ਉਹ ਧਿਆਨ 'ਚ ਰੱਖਿਓ, ਫਿਰ ਅੱਗੇ ਜਾ ਕੇ ਵਿਚਾਰਾਂਗੇ। ਇਵੇਂ ਕੌਤਕ ਕਰਕੇ ਭਾਈ ਭਗਤੂ ਰਸਤੇ ਤੇ ਮੰਜ਼ਿਲ ਤੇ ਚੱਲਦਿਆਂ ਹੋਇਆਂ ਕਰਤਾਰਪੁਰ ਨਗਰ 'ਚ ਪ੍ਰਵੇਸ਼ ਕੀਤਾ। ਸ੍ਰੀ ਹਰਿ ਰਾਏ ਸੁਹਾਵਤ ਗਾਤੀ। ਗੁਰੂ ਹਰਿ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖਤ ਦੇ ਸੁਭਾਏ ਮਾਨ ਹੋ ਰਹੇ ਸਨ। ਉਸ ਸਮੇਂ ਦਰਸ਼ ਬਿਲੋਕ ਭਇਓ ਅਹਲਾਦੀ। ਮਹਾਰਾਜ ਦੇ ਦਰਸ਼ਨ ਕਰਕੇ ਭਾਈ ਭਗਤੂ ਬਹੁਤਾ ਹੀ ਖੁਸ਼ੀ 'ਚ ਬਹੁਤਾ ਹੀ ਆਨੰਦ ਖੇੜੇ ਵਿੱਚ ਆ ਗਿਆ। ਕਰ ਬੰਧਨ ਕੋ ਬੈਠਿਓ ਪਾਸ। ਮਹਾਰਾਜ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਗੁਰੂ ਹਰਿ ਸਾਹਿਬ ਦੇ ਨੇੜੇ ਬੈਠ ਗਿਆ ਭਾਈ ਭਗਤੂ। ਕਹਿਓ ਗੁਰੂ ਕੁਛ ਠਾਨ ਤਹਾਸ। ਤੇ ਜਿਵੇਂ ਹਰ ਵਾਰ ਇਹਨੂੰ ਆਇਆ ਵੇਖ ਕੇ ਮਹਾਰਾਜ ਕੁਝ ਹਾਸੇ ਦਾ ਵਚਨ ਕਹਿੰਦੇ ਸੀ। ਜਦੋਂ ਭਾਈ ਭਗਤੂ ਬੈਠ ਗਿਆ ਤੇ ਗੁਰੂ ਹਰਿ ਸਾਹਿਬ ਜੀ ਕੁਝ ਹਾਸਾ ਜਿਹਾ ਠਾਣਦੇ ਹੋਏ ਮੁਖ ਤੋਂ ਮੁਸਕਰਾਉਂਦਿਆਂ ਹੋਇਆਂ ਐਵੇਂ ਬਚਨ ਕੀਤਾ। ਆਹੋ ਭਾਈ ਬ੍ਰਿਧ ਬੈ ਮਾਹੀ। ਆਓ ਭਾਈ ਭਗਤੂ ਤੇਰੀ ਤਾਂ ਬਹੁਤ ਹੀ ਬਿਰਧ ਅਵਸਥਾ ਹੋ ਗਈ ਹੈ, ਤੂੰ ਤੇ ਬਹੁਤ ਹੀ ਬੁੱਢਾ ਹੋ ਗਿਆ ਹੈ। ਕਰੋ ਸਹੇਰਨ ਘਰ ਕੋ ਨਾਹੀ। ਆ ਜਿਵੇਂ ਅਸੀਂ ਤੈਨੂੰ ਕਿਹਾ ਸੀ ਵੀ ਉਹ ਚਰਖਾ ਘਰ ਲਈ ਸਹੇੜਿਆ, ਕੋਈ ਵਿਆਹ ਵੀ ਕਰਾ ਲਿਆ ਜਾਂ ਐਵੇਂ ਤੁਰਿਆ ਫਿਰਦਾ ਏ। ਨਿਰਬਲ ਅਬ ਸਰੀਰ ਹੋਏ ਗਏ। ਆ ਤੇਰਾ ਸਰੀਰ ਹੁਣ ਨਿਰਬਲ ਹੋ ਗਿਆ, ਜਾਣ ਜਿਉਣ ਤਾਕਤ ਤਾਂ ਰਹਿ ਕੋਈ ਨਹੀਂ ਗਈ। ਸਿੱਖੀ ਕੋ ਰਸ ਬਹੁ ਨਿਤ ਲਈਓ। ਹਾਂ ਉਂਝ ਮਹਾਰਾਜ ਕਹਿੰਦੇ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਦਾ ਜਿਹੜਾ ਰਸ ਹੈ, ਜੋ ਆਨੰਦ ਹੈ, ਉਹ ਬਹੁਤਾ ਹੀ ਪ੍ਰਾਪਤ ਕੀਤਾ, ਬਹੁਤੀ ਸਿੱਖੀ ਕਮਾਈ ਆਪਣੇ ਜੀਵਨ ਵਿੱਚ। ਨੀਠ ਨੀਠ ਮਗ ਆਵੋ ਚਲੇ। ਤੇ ਸਹਿਜੇ ਸਹਿਜੇ ਜਦੋਂ ਆਉਣਾ ਹੈ ਤੂੰ ਰਸਤੇ ਤੇ ਤੁਰਿਆ ਹੀ ਆਉਣਾ ਹੈ, ਬਸ ਸਹਿਜੇ ਸਹਿਜੇ ਪੈਰ ਰੱਖਦਾ ਹੈ। ਆਪਣੀ ਤਪ ਮਹਿ ਚਿਤ ਹੈ ਭਲੇ। ਮਹਾਰਾਜ ਕਹਿੰਦੇ ਵੀ ਸਿੱਖੀ ਤਾਂ ਪਹਿਲਾਂ ਹੀ ਬਹੁਤੀ ਕਮਾਈ ਹੈ, ਹੁਣ ਸਹਿਜੇ ਸਹਿਜੇ ਤੁਰਿਆ ਜਾਂਦਾ ਹੈ ਮਸਾਂ, ਪਰ ਫੇਰ ਵੀ ਤੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਦੀ ਕਮਾਈ ਹਾਲਾਂ ਵੀ ਕਰਨਾ ਹੀ ਚਾਹੁੰਦਾ ਹੈ। ਵੀ ਬਿਰਧ ਅਵਸਥਾ ਦੇ ਵਿੱਚ ਵੀ ਤੂੰ ਘਰੇ ਨਹੀਂ ਬੈਠਾ ਤੇ ਹਾਲਾਂ ਵੀ ਤਪ ਕਰਦਾ ਹੋਇਆ, ਸਰੀਰ ਤੇ ਕਸ਼ਟ ਝੱਲਦਾ ਹੋਇਆ ਵੇ ਕਿੰਨਾ ਪੈਂਡਾ ਤੈਅ ਕਰਕੇ ਤੂੰ ਆ ਗਿਆ ਏ। ਸੁਨ ਕਰ ਜੋਰਤ ਭਗਤੂ ਭਾਖਾ। ਮਹਾਰਾਜ ਸਾਹਿਬ ਦਾ ਵਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਭਾਈ ਭਗਤੂ ਜੀ ਕਹਿਣ ਲੱਗੇ, ਸਦਾ ਆਪ ਕੀ ਸਫਲਤ ਕੰਖਾ। ਕਹਿਣ ਲੱਗਾ ਹੈ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਨਾ, ਸਦਾ ਆਪ ਕੀ ਸਫਲਤ ਕਾਂਖਾ, ਜਿਹੜੀ ਆਪ ਜੀ ਦੀ ਕਾਂਖਾ ਇੱਛਾ ਸੀ ਨਾ, ਸਦਾ ਤੁਸੀਂ ਕਰਦੇ ਸੀ ਵੀ ਚਰਖਾ ਸਹੇੜ ਲੈ, ਤੇ ਮੇਰੇ ਮਨ ਦੀ ਵੀ ਇੱਛਾ ਸੀ ਵੀ ਤੁਹਾਡਾ ਵਚਨ ਸਫਲ ਹੋ ਜਾਵੇ। ਵਿਆਹ ਪੰਥ ਮਹਿ ਮੈਂ ਕਰ ਇਸ ਵਾਰ ਫਿਰ ਮਹਾਰਾਜ ਜਿਵੇਂ ਤੁਸੀਂ ਕਹਿੰਦੇ ਸੀ ਮੈਂ ਉਹ ਵਚਨ ਪੂਰਾ ਕਰਨ ਨੂੰ, ਰਸਤੇ 'ਚ ਆਉਂਦਿਆਂ ਵਚਨ ਪੂਰਾ ਕਰਨ ਹਿਤ ਵਿਆਹ ਕਰ ਹੀ ਆਇਆ ਇੱਕ ਕੰਨਿਆ ਨਾਲ। ਬਨ ਤ੍ਰਿਣ ਆਦਿਕ ਸਭਨ ਸੁਨਾਵਾ। ਉੱਥੇ ਜਿੰਨੇ ਵੀ ਕੋਈ ਰੁੱਖ ਆਦਿਕ, ਘਾਹ, ਪੰਛੀ ਆਦਿਕ ਸੀ, ਸਾਰਿਆਂ ਨੂੰ ਜਾਮਣ ਬਣਾ ਕੇ, ਗਵਾਹ ਬਣਾ ਕੇ ਮੈਂ ਸੁਣਾ ਕੇ ਕਹਿ ਦਿੱਤਾ ਹੈ ਵੀ ਤੁਸੀਂ ਮੇਰੇ ਗਵਾਹ ਹੋ ਵੀ ਅੱਜ ਤੋਂ ਮੇਰਾ ਇਸ ਕੰਨਿਆ ਨਾਲ ਵਿਆਹ ਹੋਇਆ। ਸੁਣ ਕੇ ਹਸੇ ਅਧਿਕ ਗੁਰ। ਇਹ ਭਾਈ ਭਗਤੂ ਕੋ ਸੁਣ ਕੇ ਪੂਰਨ ਗੁਰੂ ਹਰਿ ਸਾਹਿਬ ਬਹੁਤ ਹੀ ਹੱਸੇ, ਬਹੁਤ ਹੀ ਖੁਸ਼ ਹੋਏ। ਭਗਤੂ ਸਿੱਖ ਮਹਾਗੁਣ ਰੂਰੇ। ਤੇ ਪਾਤਸ਼ਾਹ ਜੀ ਕਹਿਣ ਲੱਗੇ ਭਗਤੂ ਸਿੱਖ ਮਹਾਗੁਣ ਰੂਰੇ, ਵੀ ਜੋ ਭਾਈ ਭਗਤੂ ਤੂੰ ਸਾਡਾ ਸਿੱਖ ਹੈ, ਬੜੇ ਹੀ ਸੁੰਦਰ ਗੁਣ ਨੇ, ਬੜੀ ਕਮਾਈ ਕੀਤੀ ਹੈ ਤੂੰ ਜੀਵਨ ਵਿੱਚ। ਸਿੱਖੀ ਕੇਰ ਮਰਜ਼ਾਦਾ ਰੱਖੋ। ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਦੀ ਜੋ ਮਰਿਆਦਾ ਹੈ ਉਹ ਤੂੰ ਪੂਰਨ ਧਾਰਨ ਕਰਕੇ ਰੱਖਦਾ ਹਰ ਸਮੇਂ। ਗੁਰ ਘਰ ਕੇ ਮੁਖ ਜਸ ਅਬਲਾਖੋ। ਤੇ ਗੁਰੂ ਘਰ ਦੇ ਜਸ ਦਾ ਅਬਲਾਖੀ ਹੈ ਤੂੰ, ਹਰ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੀ ਸੁਣਨੀ ਤੇ ਸੁਣਾਉਣੀ ਚਾਹੁੰਦਾ ਹੈ ਵੀ ਮੇਰੇ ਗੁਰੂ ਦੇ ਘਰ ਦੇ ਹੀ ਗੁਣ ਗਾਏ ਜਾਣ। ਹੁਣ ਮੇਲਾ ਬੈਸਾਖੀ ਕੇਰਾ। ਇਹ ਭਜਨ ਬਿਲਾਸ ਹੋਏ ਫਿਰ ਵਿਸਾਖੀ ਦਾ ਜਿਹੜਾ ਜੋੜ ਮੇਲੇ ਦਾ ਸਮਾਂ ਸੀ। ਆਏ ਮਿਲਿਓ ਗੁਰ ਨਿਕਟ ਕਨੇਰਾ। ਗੁਰੂ ਸਾਹਿਬ ਦੇ ਕੋਲ ਆ ਕੇ ਬਹੁਤੀ ਸਿੱਖ ਸੰਗਤ ਮਿਲੀ, ਇਕੱਤਰ ਹੋਈ ਹੈ। ਅਨਕ ਅਕੋਰਨ ਲੱਗੇ। ਅਨੇਕਾਂ ਹੀ ਭੇਟਾਵਾਂ ਦੇ ਅੰਬਾਰ ਹੀ ਢੇਰੀ ਲੱਗ ਗਏ। ਜਿਹੜੀ ਸੰਗਤ ਕੋਈ ਵੀ ਦਸਵੰਧ, ਕੋਈ ਕਮਾਈ ਚੋਂ ਆਪਣਾ ਜੋ ਸੁਖਿਆ ਹੁੰਦਾ ਵੀ ਇਹ ਗੁਰੂ ਘਰ ਚੜਾਉਣਾ,
ਉਹ ਵਸਤੂਆਂ ਲਿਆ ਮਹਾਰਾਜ ਨੂੰ ਭੇਟਾ ਕੀਤੀਆਂ ਤੇ ਢੇਰ ਹੀ ਲੱਗ ਗਿਆ ਸਤਿਗੁਰਾਂ ਅੱਗੇ ਰੱਖੀਆਂ ਹੋਈਆਂ ਭੇਟਾਵਾਂ ਦਾ ਚੜ੍ਹਤ ਦਾ। ਦਰਸ਼ਨ ਕਰਹਿ ਲਹੇ ਸੁਖ ਸਾਰਾ। ਸਾਰੇ ਹੀ ਮਹਾਰਾਜ ਗੁਰੂ ਹਰਿ ਸਾਹਿਬ ਦੇ ਦਰਸ਼ਨ ਕਰਕੇ ਤੇ ਸ੍ਰੇਸ਼ਟ ਸੁਖ ਗੁਰੂ ਮਹਾਰਾਜ ਦੇ ਦਰਸ਼ਨਾਂ ਦਾ, ਗੁਰੂ ਦੀ ਸੰਗਤ ਦਾ ਸੁਖ ਪ੍ਰਾਪਤ ਕਰ ਰਹੇ ਨੇ। 5 ਦਿਵਸ ਲਗ ਮੇਲਾ ਰਹੇ। 5 ਦਿਨ ਲਗਾਤਾਰ ਇਹ ਜੋੜ ਮੇਲਾ ਭਰਿਆ ਰਿਹਾ। ਕਰਤਾਰਪੁਰ ਬਹੁਤੀ ਸਿੱਖ ਸੰਗਤ ਨੇ ਹਾਜ਼ਰੀ ਭਰੀ ਇਸ ਵਿੱਚ। ਸੁਖ ਸੋ ਸਤਿਗੁਰ ਦਰਸ਼ਨ ਲਹਿਓ। ਤੇ ਬੜੇ ਸੁਖ ਆਨੰਦ ਦੇ ਨਾਲ ਗੁਰੂ ਹਰਿ ਸਾਹਿਬ ਮਹਾਰਾਜ ਦੇ ਦਰਸ਼ਨ ਪਰਸ਼ਨ ਕੀਤੇ। ਨਿਜ ਸਦਨ ਗਏ ਪੁਨ ਸਾਰੇ। ਫਿਰ ਸਾਰੇ ਸਹਿਜੇ ਚੱਲ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮਹਾਰਾਜ ਦੇ ਦਰ ਤੇ ਹਾਜ਼ਰੀਆਂ ਭਰ ਕੇ ਮੇਲਾ ਵੇਖ ਕਰਕੇ ਪਾਏ ਕਾਮਨਾ ਸੋ ਜਸ ਉਚਾਰੇ। ਜੋ ਵੀ ਕੋਈ ਕਾਮਨਾ ਸੰਗਤ ਲੈ ਕੇ ਆਈ ਸੀ ਗੁਰੂ ਦੇ ਦਰ ਤੇ, ਉਹ ਮਹਾਰਾਜ ਦੇ ਦਰ ਤੋਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਕੇ ਗੁਰੂ ਦੇ ਦਰ ਦਾ ਜਸ ਕਰਦੇ ਘਰਾਂ ਨੂੰ ਜਾ ਰਹੇ ਨੇ ਵੀ ਗੁਰੂ ਹਰਿ ਸਾਹਿਬ ਨੇ ਮੇਰਾ ਫਲਾਨਾ ਕੰਮ ਐਰਕੀ ਸਵਾਰਤਾ, ਸਾਡਾ ਫਲਾਨਾ ਕਾਰਜ ਸਵਾਰਤਾ। ਐਵੇਂ ਗੁਣ ਗਾਉਂਦੇ ਜਾ ਰਹੇ ਨੇ। ਜਾਨ ਅੰਤ ਤਨ ਕੋ ਤਬ ਭਾਈ। ਇਧਰ ਜੋ ਭਾਈ ਭਗਤੂ ਵੀ ਸੰਗਤ ਲੈ ਕੇ ਆਇਆ, ਇਹਨੇ ਜਾਣਿਆ ਵੀ ਮੇਰੇ ਤਾਂ ਸਰੀਰ ਦਾ ਹੁਣ ਅੰਤ ਦਾ ਸਮਾਂ ਆ ਗਿਆ ਏ। ਔਰ ਕਰਤਾਰ ਰਹਿਓ ਸੁਖਦਾਈ। ਇਸ ਭਾਵਨਾ ਨੂੰ ਰੱਖ ਕੇ ਨਹੀਂ 5 ਦਿਨਾਂ ਬਾਅਦ ਵੀ ਵਾਪਸ ਗਿਆ। ਸੁਖ ਦੇ ਸਾਹਿਬ ਗੁਰੂ ਹਰਿ ਸਾਹਿਬ ਦੇ ਚਰਨ ਕਮਲਾਂ 'ਚ ਨਿਵਾਸ ਰੱਖਿਆ। ਕੇਤਕ ਦਿਨ ਮੈਂ ਪੁਰ ਕਰ ਰਹਿਓ। ਦੇ ਕਈ ਕੁ ਦਿਨ ਕਹਿੰਦੇ ਵੀ ਕਰਤਾਰਪੁਰ ਰਹਿੰਦਿਆਂ ਹੋਇਆ ਮਹਾਰਾਜ ਦੇ ਹਜ਼ੂਰ ਇਹ ਬਿਰਧ ਬਾਬੇ ਭਾਈ ਭਗਤੂ ਨੂੰ ਬਤੀਤ ਹੋ ਗਏ। ਅਤੀ ਸਾਰ ਕੋ ਸੰਕਟ ਲਹਿਓ। ਕੇਤਕ ਦਿਨ ਮੈਂ ਪਰ ਕਰ ਰਹਿਓ। ਕਈ ਦਿਨ ਬੀਤ ਜਾਣ ਤੋਂ ਬਾਅਦ ਮੰਜੇ ਤੇ ਪੈ ਗਿਆ ਭਾਈ ਭਗਤੂ ਦੇ ਮੰਜੇ ਤੇ ਐਸਾ ਪਿਆ ਵੀ ਅਤੀ ਸਾਰ ਕੋ ਸੰਕਟ ਲਹਿਓ, ਵੀ ਮੈਦਾਨ ਲੱਗ ਗਏ, ਪੇਟ ਜਿਹਾ ਖਰਾਬ ਹੋ ਗਿਆ, ਮਰੋੜ ਜੇ ਬਹੁਤੇ ਹੀ ਉੱਠਣ ਲੱਗ ਪਏ। ਦੇਖ ਸਿੱਖ ਔਰ ਬਿਸਮਾਏ। ਤੇ ਜਦੋਂ ਭਾਈ ਭਗਤੂ ਮੰਜੇ ਤੇ ਪੈ ਗਿਆ, ਬਿਮਾਰ ਹੋ ਗਿਆ ਵੀ ਬਹੁਤ ਜ਼ਿਆਦਾ, ਇਹ ਪੇਟ ਦਾ ਨੁਕਸ ਪੈ ਗਿਆ ਵੀ ਅੰਦਰ ਪਚਦਾ ਹੀ ਨਹੀਂ, ਕੁਝ ਠਹਿਰਦਾ ਹੀ ਨਹੀਂ। ਤੇ ਜਿਹੜੇ ਸਿੱਖ ਸੇਵਕ ਸਨ ਮਹਾਰਾਜ ਦੇ ਘਰ ਵਿੱਚ ਰਹਿਣ ਵਾਲੇ, ਉਹ ਵੇਖ ਭਾਈ ਭਗਤੂ ਨੂੰ ਬਿਮਾਰ ਹੋਇਆ ਬਹੁਤ ਹੀ ਵਿਚਾਰ ਕਰਦੇ ਹਨ। ਬੜੇ ਹੈਰਾਨ ਹੋਏ, ਦਿਲ ਵਿੱਚ ਬਹੁਤ ਅਚਰਜ ਹੋ ਕੇ ਸੋਚਦੇ ਨੇ ਕਸ਼ਟ ਕਿਉਂ ਧੀਰਗ ਪਾਏ। ਕਹਿੰਦੇ ਵੀ ਪਤਾ ਨਹੀਂ ਹੈ ਵੀ ਭਾਈ ਭਗਤੂ ਨੂੰ ਇੰਨਾ ਕਿਉਂ ਭਾਰੀ ਕਸ਼ਟ ਪੈ ਗਿਆ ਵੀ ਮੰਜੇ ਦੇ ਪੈ ਗਿਆ, ਉੱਠਣ ਜੋਗਾ ਸਰੀਰ ਨਹੀਂ ਰਿਹਾ, ਪੇਟ ਵਿੱਚ ਕੁਝ ਹਜਮ ਨਹੀਂ ਹੁੰਦਾ, ਮਰੋੜ ਜੇ ਤੇ ਮੈਦਾਨ ਜੇ ਲੱਗੇ ਨੇ, ਹਰ ਸਮੇਂ ਪਾਣੀ ਜਿਹਾ ਤੁਰਿਆ ਜਾਂਦਾ ਏ। ਦਿਲ ਕੇ ਸਿੱਖ ਸੈਂਕਰਿਆ ਹੈ। ਇਹ ਤਾਂ ਭਾਈ ਭਗਤੂ ਦੇ ਹੀ ਬੜੇ ਸਿੱਖ ਸੇਵਕ ਨੇ। ਸਿੱਖ ਸੇਵਕਾਂ ਤੋਂ ਭਾਵ ਵੀ ਭਾਈ ਭਗਤੂ ਨੇ ਬੜੇ ਹੀ ਗੁਰਸਿੱਖ ਗੁਰੂ ਘਰ ਦੇ ਨਾਲ ਲਿਆ ਕੇ ਜੋੜੇ ਸਨ। ਮਾਲਵੇ ਦੇਸ਼ ਵਿੱਚ ਬਹੁਤ ਹੀ ਐਸੇ ਪ੍ਰੇਮੀ ਸਨ ਜਿਹੜੇ ਭਾਈ ਭਗਤੂ ਦਾ ਮਾਣ ਸਨਮਾਨ ਕਰਦੇ ਨੇ, ਸੰਤ ਜਾਣ ਕੇ ਵੀ ਇਹ ਭਾਈ ਭਗਤੂ ਧਨ ਹੈ, ਇਹਦੇ ਕਹੇ ਮੁਤਾਬਕ ਅਸੀਂ ਚੱਲਦੇ ਆ। ਗੁਰੂ ਮਹਾਰਾਜ ਸਾਹਿਬ ਦੀ ਬਾਣੀ ਪੜ੍ਹਦੇ ਸੁਣਦੇ ਸਾਡਾ ਜੀਵਨ ਸਵਾਰਿਆ ਭਾਈ ਭਗਤੂ ਨੇ। ਤੇ ਇਸ ਤਰ੍ਹਾਂ ਉਹ ਸਿੱਖ ਕਰਤਾਰਪੁਰ ਵਿੱਚ ਵਿਚਾਰ ਕਰਦੇ ਨੇ ਵੀ ਭਾਈ ਭਗਤੂ ਇੰਨਾ ਬਿਮਾਰ ਕਿਉਂ ਹੋ ਗਿਆ, ਇਹਨੂੰ ਸਰੀਰ ਤੇ ਇੰਨਾ ਸੰਕਟ ਕਿਉਂ ਝੱਲਣਾ ਪਿਆ। ਇਹਦੇ ਤਾਂ ਸੈਂਕੜੇ ਸਿੱਖ ਸੇਵਕ ਹਨ ਜਿਹੜੇ ਇਹਦੀ ਪੂਜਾ ਕਰਦੇ ਨੇ। ਉਹਦੇ ਪਰਲੋਕ ਸਵਾਰਨ ਦੇ ਭਰੋਸੇ ਰਹਿੰਦੇ ਐ ਵੀ ਭਾਈ ਭਗਤੂ ਸਾਡਾ ਪਰਲੋਕ ਵਾਲਾ ਪਾਸਾ ਸਵਾਰ ਦੇਵੇਗਾ। ਵਿਚਾਰ ਕਰਕੇ ਤੱਕ ਮਿਲੇ। ਇਸ ਤਰ੍ਹਾਂ ਵਿਚਾਰ ਕੇ ਕਈ ਸਿੱਖ ਮਿਲੇ ਵੀ ਪੁੱਛੀਏ ਭਾਈ ਭਗਤੂ ਨੂੰ ਵੀ ਜੇ ਇਹ ਇੰਨਾ ਦੁੱਖ ਝੱਲ ਰਹੇ ਆ ਤੇ ਜਿਹੜੇ ਸੇਵਕ ਇਹਨਾਂ ਨੂੰ ਸੰਤ ਰੂਪ ਜਾਣ ਕੇ ਇਹਨਾਂ ਦੇ ਭਰੋਸਾ ਰੱਖਦੇ ਨੇ ਵੀ ਇਹਨਾਂ ਕਰਕੇ ਸਾਡਾ ਪਰਲੋਕ ਸਵਰੂਗਾ, ਗੁਰੂ ਨਾਨਕ ਸਾਹਿਬ ਸਾਡੇ ਸਹਾਈ ਹੋਣਗੇ, ਉਹਨਾਂ ਦੀ ਕੀ ਹਾਲਤ ਹੋਵੇਗੀ ਜਦੋਂ ਇਹ ਖੁਦ ਹੀ ਇਹਨਾਂ ਬਿਮਾਰੀ ਵਿੱਚ ਦੁਖੀ ਹੋ ਰਹੇ ਨੇ, ਸਰੀਰ ਤੇ ਸੰਕਟ ਝੱਲ ਰਹੇ ਹਨ। ਇਸ ਤਰ੍ਹਾਂ ਸੋਚ ਕੇ ਸਾਧ ਸੰਗਤ ਜੀ ਜਿਹੜੇ ਸਿੱਖ ਮਹਾਰਾਜ ਦੀ ਹਜ਼ੂਰੀ 'ਚ ਰਹਿਣ ਵਾਲੇ ਸਨ, ਜਿੱਥੇ ਭਾਈ ਭਗਤੂ ਮੰਜੇ ਦੇ ਬਿਮਾਰ ਹੋਇਆ ਪਿਆ ਹੈ, ਉਹਦੇ ਕੋਲ ਚਲੇ ਗਏ ਪੁੱਛਣ ਵਾਸਤੇ ਸਾਰੀ ਗੱਲਬਾਤ। ਦੇਖਿਓ
ਅਤੀਸਾਰ ਕੋ ਰੋਗ। ਦੇਖਿਓ ਅਤੀਸਾਰ ਕੋ ਰੋਗ। ਅਤੀਸਾਰ ਇਹ ਜਿਹੜੇ ਮਰੋੜ ਜੇ ਉੱਠਦੇ ਨੇ ਅਤੇ ਮੈਦਾਨ ਲੱਗੇ ਹਨ, ਇਹ ਰੋਗ ਜਾ ਕੇ ਵੇਖਿਆ ਵੀ ਇਹ ਤਾਂ ਭਾਈ ਭਗਤੂ ਨੂੰ ਬਹੁਤਾ ਹੀ ਹੋਇਆ ਹੈ ਵੀ ਇਹ ਤਾਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਹੀ ਇਹ ਪੇਟ ਦੇ ਨੁਕਸ ਕਰਕੇ ਤੇ ਦੁਖੀ ਹੋ ਰਿਹਾ ਹੈ ਦੁਰਬਲ ਦੇਹ ਰਹਿਓ ਦੁਖ ਭੋਗ। ਤੇ ਸਰੀਰ ਵੀ ਦੁਰਲਭ ਹੋ ਗਿਆ, ਕਮਜ਼ੋਰ ਹੋ ਗਿਆ ਹੈ ਤੇ ਦੇਹੀ ਨੂੰ ਬਸ ਮਾਨੋ ਵੀ ਭੋਗ ਹੀ ਰਿਹਾ ਹੈ, ਹੁਣ ਤਾਂ ਦੁੱਖ ਹੀ ਭੋਗ ਰਿਹਾ ਹੈ। ਇੰਨਾ ਦੁਖੀ ਹੋਇਆ ਹੈ ਭਾਈ ਭਗਤੂ ਬਿਮਾਰੀ ਕਰਕੇ। ਬੰਧਨ ਕਰ ਬੈਠੇ ਟਿਕ ਜਾਏ। ਉਹ ਜਿਹੜੇ ਮਹਾਰਾਜ ਦੇ ਸਿੱਖ ਪੁੱਛਣ ਵਾਸਤੇ ਆਏ ਸੀ, ਸਤਿਕਾਰ ਜੋ ਗੁਰੂ ਦਾ ਸਿੱਖ ਜਾਣ ਕੇ ਭਾਈ ਭਗਤੂ ਨੂੰ ਨਮਸਕਾਰ ਕੀਤੀ ਤੇ ਫਿਰ ਨੇੜੇ ਬੈਠ ਗਏ। ਜਨ ਲਗੇ ਹੋਏ ਸਮੁਦਾਇ। ਸਾਰੇ ਇਕੱਠੇ ਹੋ ਕੇ ਬੇਨਤੀ ਕਰਦੇ ਆ ਭਾਈ ਭਗਤੂ ਨੂੰ, ਪੁੱਛਣ ਲੱਗੇ ਵੀ ਹੇ ਭਾਈ ਭਗਤੂ ਜੀ, ਸਾਡੇ ਮਨ ਦਾ ਇੱਕ ਸਵਾਲ ਹੈ, ਇੱਕ ਸ਼ੰਕਾ ਹੈ, ਉਹ ਦੂਰ ਕਰੋ, ਉੱਤਰ ਦਿਓ। ਤੁਮ ਗੁਰ ਕੋ ਸਿੱਖ ਪੂਰਨ ਅਹੋ। ਉਹ ਇਹ ਹੈ ਵੀ ਤੁਸੀਂ ਗੁਰੂ ਮਹਾਰਾਜ ਦੇ ਪੂਰਨ ਸਿੱਖ ਹੋ, ਵੀ ਤੁਹਾਡੇ ਬਾਬਤ ਅਸੀਂ ਵੇਖਿਆ ਸੁਣਿਆ ਵੀ ਬਹੁਤ ਹੀ ਕਮਾਈ ਤੇ ਕਰਨੀ ਵਾਲੇ ਹੋ। ਅੰਤ ਸਮੇਂ ਕਿਮ ਵੱਡ ਦੁਖ ਲਹੋ। ਫਿਰ ਅੰਤ ਦੇ ਸਮੇਂ ਤੁਸੀਂ ਇਹ ਮਹਾਰਾਜ ਭਾਈ ਭਗਤੂ ਜੀ ਇਹ ਦੱਸੋ ਵੀ ਐਡਾ ਭਾਰੀ ਦੁੱਖ ਕਿਉਂ ਲੈ ਰਹੇ ਹੋ? ਵੀ ਬਹੁਤ ਸੇਵਾ ਕੀਤੀ, ਬਹੁਤ ਸਿਮਰਨ ਕੀਤਾ, ਜੀਵਨ ਵੀ ਤੁਹਾਡਾ ਨੇਕ ਜਤ ਸੱਚ ਵੀ ਕਾਇਮ ਰਹੇ, ਪਰ ਫਿਰ ਇੰਨਾ ਤੁਸੀਂ ਪੂਰੇ ਪੱਕੇ ਸਿੱਖ ਹੋਣ ਦੇ ਬਾਵਜੂਦ ਆ ਇੰਨਾ ਬਿਮਾਰੀ ਦਾ ਦੁੱਖ ਕਿਉਂ ਝੱਲ ਰਹੇ ਹੋ? ਇੰਨਾ ਤੁਸੀਂ ਔਖੇ ਹੋ ਕੇ ਮੰਜੇ ਦੇ ਕਿਉਂ ਪੈ ਗਏ ਹੋ? ਸਿੱਖ ਹਜ਼ਾਰ ਹੋ ਰਾਵਰ ਕੇ। ਫਿਰ ਹਜ਼ਾਰਾਂ ਹੀ ਸਿੱਖ ਸੇਵਕ ਨੇ ਤੁਹਾਡੇ, ਜਿਹੜੇ ਤੁਹਾਡੇ ਕਹੇ ਦੇ ਅਨੁਸਾਰ ਚੱਲਦੇ ਹਨ। ਸਹਾਇਤਾ ਚਾਹੇ ਅਗੇਰੇ। ਉਹ ਤਾਂ ਪਰਲੋਕ ਵਿੱਚ ਵੀ ਤੁਸਾਂ ਤੋਂ ਸਹਾਇਤਾ ਚਾਹੁੰਦੇ ਨੇ ਵੀ ਭਾਈ ਭਗਤੂ ਸਾਡੀ ਪਰਲੋਕ 'ਚ ਰੱਖਿਆ ਕਰੂ, ਜਮਾਂ ਤੋਂ ਬਚਾਵੇਗਾ। ਜੇ ਤੁਮ ਸਕੇ ਨਾ ਆਪਣਾ ਹਟਾਏ। ਤੇ ਸਾਡੇ ਮਨ ਦਾ ਸ਼ੰਕਾ ਇਹ ਹੈ ਵੀ ਭਾਈ ਭਗਤੂ ਜੀ, ਜੇ ਤੁਸੀਂ ਆਪਣਾ ਹੀ ਦੁੱਖ ਨਾ ਦੂਰ ਕਰ ਸਕੇ, ਆ ਜੋ ਬਿਮਾਰੀ ਕਰਕੇ ਤੁਸੀਂ ਇੱਥੇ ਤੜਫ ਰਹੇ ਹੋ, ਆ ਰੋਗ ਕਰਕੇ ਇੰਨੇ ਬਿਮਾਰ ਹੋ ਕੇ ਦੁਖੀ ਹੋਏ ਹੋ, ਜੇ ਆਪਣਾ ਹੀ ਤੁਸੀਂ ਦੁੱਖ ਕਸ਼ਟ ਨਿਵਰਤ ਨਾ ਕਰ ਸਕੇ, ਦਾਸਨ ਕੇ ਬਣੋ ਸਹਾਈ। ਆਪਣੇ ਸਿੱਖ ਸੇਵਕਾਂ ਦਾਸਾਂ ਦੇ ਸਹਾਈ ਕਿਵੇਂ ਬਣੋਗੇ? ਉਹਨਾਂ ਦੀ ਕਿਵੇਂ ਰੱਖਿਆ ਕਰੋਗੇ? ਆ ਮਨ 'ਚ ਸਾਡੇ ਸਵਾਲ ਜਿਹਾ ਸ਼ੰਕਾ ਹੈ ਵੀ ਤੁਸੀਂ ਪੂਰੇ ਸਿੱਖ ਹੋ ਗਏ ਵੀ ਜੇ ਬਿਮਾਰ ਹੋ ਤਾਂ ਆਪਣੇ ਸੇਵਕਾਂ ਦਾ ਕਿਵੇਂ ਭਲਾ ਕਰੋਗੇ ਜੇ ਆਪਣਾ ਹੀ ਤੁਸੀਂ ਇਲਾਜ ਨਹੀਂ ਕਰ ਸਕਦੇ? ਸੁਣ ਭਾਈ ਭਗਤੂ ਤਬ ਕਹੇ। ਇਹਨਾਂ ਕੋ ਸੁਣ ਕੇ ਭਾਈ ਭਗਤੂ ਜੀ ਨੇ ਉੱਤਰ ਦਿੱਤਾ, ਹਮਨੇ ਜਾਣ ਇਤੋ ਦੁਖ ਲਹੇ। ਕਹਿਣ ਲੱਗੇ ਵੀ ਅਸੀਂ ਜਾਣ ਬੁੱਝ ਕੇ ਇਹਨਾਂ ਆਪਣੇ ਸਰੀਰ ਤੇ ਆ ਦੁੱਖ ਕਸ਼ਟ ਜਿਹਾ ਚੱਲ ਰਹੇ ਹਾਂ ਸਾਰਾ ਹੀ। ਉਹ ਧਨ ਲੂਟ ਲੂਟ ਬਹੁ ਲਿਆ। ਉਹਦਾ ਕਾਰਨ ਇਹ ਹੈ ਵੀ ਜਿਹੜੇ ਆ ਬਰਾੜ ਨੇ ਨਾ ਮਾਲਵੇ ਦੇ, ਸਾਡੇ ਬੜੇ ਸਿੱਖ ਸੇਵਕ ਹਨ, ਸਾਡੇ ਕਹੇ ਅਨੁਸਾਰ ਇਹਨਾਂ ਨੇ ਗੁਰੂ ਸਾਹਿਬ ਦੀ ਸਿੱਖੀ ਆਣ ਕੇ ਧਾਰਨ ਕੀਤੀ ਹੈ। ਉਹਨਾਂ ਨੇ ਪਹਿਲਾਂ ਇੱਦਾਂ ਦੇ ਕਰਮ ਕੀਤੇ ਆ ਵੀ ਜੰਗਲ ਬੇਲਿਆਂ 'ਚੋਂ ਜਿੱਥੇ ਕਿਸੇ ਦਾ ਗਊ ਪਸ਼ੂ ਆਦਿਕ ਚਰਨਾ ਕੋਈ ਜ਼ਿਮੀਂਦਾਰ ਛੱਡਦਾ ਸੀ, ਇਹ ਇਕੱਠੇ ਹੋ ਕੇ ਧਾੜਵੀਆਂ ਵਾਂਗੂ ਜਾ ਕੇ ਤੇ ਗਊਆਂ ਲੋਟੀ ਲਿਆਏ। ਗਊ ਰੂਪੀ ਧਨ, ਜਿਵੇਂ ਉੱਦਾਂ ਪੈਸਿਆਂ ਰੂਪੀ ਧਨ ਹੁੰਦਾ, ਇਵੇਂ ਜੋ ਗਊ ਰੂਪੀ ਕੀਮਤੀ ਧਨ ਹੈ, ਇਹ ਪਸ਼ੂ ਜਿਹੜੇ ਖੇਤਾਂ ਵਿੱਚ ਚਰਦੀਆਂ ਗਾਵਾਂ ਜਾਂ ਕਿਤੇ ਜੰਗਲ ਬੇਲਿਆਂ 'ਚ ਚਰਦੀਆਂ ਗਾਵਾਂ, ਇਹ ਲੁੱਟ ਖਸੁੱਟ ਕੇ ਆਪਣੇ ਘਰਾਂ 'ਚ ਲੈ ਆਏ ਸਨ। ਹਮਰੇ ਸਿੱਖ ਬਿਰਾੜ ਸਮੁਦਾਇ। ਇਹ ਜਿੰਨੇ ਵੀ ਸਾਡੇ ਸਿੱਖ ਸੇਵਕ ਬਰਾੜ ਨੇ, ਮਾਲਵੇ ਦੇ ਰਹਿਣ ਵਾਲੇ, ਇਹਨਾਂ ਪਹਿਲਾਂ ਬੜੀਆਂ ਗਊਆਂ ਲੁੱਟੀਆਂ, ਬਹੁਤ ਇਸ ਤਰ੍ਹਾਂ ਜੰਗਲਾਂ ਤੋਂ ਖੇਤਾਂ 'ਚੋਂ ਕਿਸਾਨਾਂ ਦੇ ਪਸ਼ੂ ਖੋ ਕੇ ਲਿਆ ਕੇ ਘਰੇ ਬੰਨ੍ਹ ਲੈਂਦੇ ਸਨ। ਤੇ ਭਾਈ ਭਗਤੂ ਜੀ ਕਹਿੰਦੇ ਵੀ ਫੇਰ ਇਹ ਸਿੱਖੀ ਸੇਵਕੀ 'ਚ ਤਾਂ ਭਾਵੇਂ ਆ ਗਏ, ਪਰ ਉਹ ਜੋ ਗਊਆਂ ਦਾ ਦੁੱਧ ਸੀ ਆਪ ਵੀ ਪੀਂਦੇ ਰਹੇ ਤੇ ਬਹੁਤਾ ਦੁੱਧ ਚੋ ਕੇ ਸਾਡੇ ਵਾਸਤੇ ਵੀ ਲੈ ਕੇ ਆਉਂਦੇ ਰਹੇ। ਹਰ ਵੇਲੇ ਸਾਨੂੰ ਇਹ ਦੁੱਧ ਪਿਆਉਂਦੇ, ਸਵੇਰੇ ਸ਼ਾਮ ਲਿਆ ਕਰਕੇ, ਉਹੀ ਜੋ ਇਹਨਾਂ ਲੁੱਟ ਖੋਹ ਕਰਕੇ ਗਾਵਾਂ ਲਿਆਂਦੀਆਂ ਸਨ ਉਹਨਾਂ ਦਾ ਚੋ ਕੇ। ਤੇ ਇਸ ਕਰਕੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਜਿਹੜੀਆਂ ਗਊਆਂ ਦਾ ਦੁੱਧ ਪਿਆਉਂਦੇ ਰਹੇ ਆ ਵੀ ਇਹ ਤਾਂ ਇਹਨਾਂ ਨੇ ਲੁੱਟ ਖੋਹ ਕਰਕੇ ਲਿਆਂਦੀਆਂ, ਤੇ ਭਾਈ ਭਗਤੂ ਜੀ ਕਹਿੰਦੇ ਵੀ ਅਸੀਂ ਜਾਣਿਆ ਵੀ ਪਾਪ ਤਾਂ ਪਾਪ ਹੀ ਹੁੰਦਾ, ਭਾਵੇਂ ਜਾਣ ਕੇ ਕਰੇ ਤੇ ਭਾਵੇਂ ਅਣਜਾਣੇ 'ਚ ਹੋਵੇ, ਭਾਵੇਂ ਇਹਨਾਂ ਠੱਗੀ ਚੋਰੀ ਕੀਤੀ ਹੈ, ਪਰ ਅਸੀਂ ਵੀ ਇਹਨਾਂ ਧਾੜਵੀਆਂ ਦੇ
ਗਊਆਂ ਦੇ ਪਸ਼ੂਆਂ ਦਾ ਦੁੱਧ ਪੀਤਾ ਹੈ ਨਾ, ਫਿਰ ਅਸੀਂ ਵੀ ਨਾਲ ਹੀ ਭਾਗੀਦਾਰ ਹੋਏ। ਤੇ ਉਹ ਵਿਚਾਰ ਕੇ ਉਹਦਾ ਜਿਹੜਾ ਸੰਕਟ, ਉਹਦਾ ਦੁੱਖ ਜਿਹੜਾ ਅੱਗੇ ਪਰਲੋਕ 'ਚ ਲੇਖਾ ਦੇਣਾ ਏ। ਭਾਈ ਭਗਤੂ ਜੀ ਕਹਿੰਦੇ ਵੀ ਅਸੀਂ ਉਹ ਇੱਥੇ ਹੀ ਨਿਬੇੜ ਰਹੇ ਹਾਂ, ਵੀ ਅੱਗੇ ਜਾ ਕੇ ਲੇਖਾ ਦੇਣਾ ਇੱਥੇ ਸਰੀਰ ਵਿੱਚ ਹੀ ਲੇਖਾ ਨਿਬੇੜ ਜਾਈਏ। ਜਿਹੜਾ ਇੱਥੇ ਨਿਬੇੜ ਜੇ ਫਿਰ ਅੱਗੇ ਸੌਖਾ ਰਹਿੰਦਾ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਜੋ ਅਸੀਂ ਇਹਨਾਂ ਦੇ ਕੋਲੋਂ ਖੋਈਆਂ ਹੋਈਆਂ ਗਊਆਂ ਦਾ ਦੁੱਧ ਲੈ ਕੇ ਪੀਂਦੇ ਰਹੇ ਹਾਂ, ਇਹ ਜਿਹੜਾ ਕਰਮ ਕੀਤਾ ਇਹਦਾ ਲੇਖਾ ਹਿਸਾਬ ਕਿਤਾਬ ਜਿਹੜਾ ਦੁੱਖ ਰੂਪ ਵਿੱਚ ਮਿਲਣਾ ਹੈ, ਇਹ ਸਰੀਰ ਵਿੱਚ ਰਹਿੰਦਿਆਂ ਹੋਇਆ ਇੱਥੇ ਹੀ ਭੁਗਤ ਜਾਈਏ, ਇੱਥੇ ਹੀ ਨਿਬੇੜ ਕੇ ਅੱਗੇ ਜਾਈਏ। ਐਨ ਸਰੀਰ ਕਰਕੇ ਮਨ ਕਰਕੇ ਬਿਲਕੁਲ ਨਿਰਮਲ ਸ਼ਵਾਸ ਹੋ ਕੇ ਪਾਪਾਂ ਦਾ ਭਾਰ ਲਾ ਕੇ ਪਰਲੋਕ ਵਿੱਚ ਜਾਣ ਦੀ ਅਸੀਂ ਇੱਛਾ ਰੱਖਦੇ ਹਾਂ। ਉੱਥੇ ਅਸੀਂ ਆਪਣਾ ਵੀ ਭਲਾ ਕਰਾਂਗੇ। ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਸਿੱਖ ਸੇਵਕ ਮਹਾਰਾਜ ਦੇ ਦਰ ਤੇ ਜੋੜੇ ਨੇ ਉਹਨਾਂ ਦੀ ਵੀ ਫਿਰ ਸਹਾਇਤਾ ਹੋ ਜਾਵੇਗੀ। ਜਦੋਂ ਭਾਈ ਭਗਤੂ ਦੇ ਕੋਲ ਸਵਾਲ ਉਠਾਇਆ ਸੀ ਜਿਹੜੇ ਸਿੱਖਾਂ ਨੇ ਵੀ ਤੁਸੀਂ ਕਿਉਂ ਦੁਖੀ ਹੋ ਰਹੇ ਹੋ ਜੇ ਪੂਰੇ ਸਿੱਖ ਹੋ, ਤਾਂ ਉਹਦਾ ਉੱਤਰ ਇਹ ਦਿੱਤਾ ਵੀ ਇਹ ਅਸੀਂ ਦੁੱਧ ਪੀਂਦੇ ਰਹੇ ਹਾਂ ਚੋਰੀ ਦੀਆਂ ਗਊਆਂ ਦਾ, ਇਹਨਾਂ ਸਿੱਖਾਂ ਸੇਵਕਾਂ ਨੇ ਸਾਨੂੰ ਪਿਆਇਆ। ਮਨ 'ਚ ਪਛਤਾਵਾ ਵੀ ਇੱਥੇ ਦੁੱਖ ਭੋਗਣਾ ਚਾਹੀਦਾ ਵੀ ਉਹ ਜੇ ਅਸੀਂ ਇੱਦਾਂ ਦੀ ਕਿਰਤ ਦਾ ਇੱਦਾਂ ਦਾ ਦੁੱਧ ਅਸੀਂ ਪੀਤਾ ਹੈ, ਤਾਂ ਅਸੀਂ ਦੁੱਖ ਭੋਗ ਰਹੇ ਹਾਂ ਵੀ ਅੱਗੇ ਜਾ ਕੇ ਫਿਰ ਕੋਈ ਲੇਖਾ ਨਾ ਦੇਣਾ ਪਵੇ। ਇਹ ਸੁਣ ਕੇ ਸਾਰਿਆਂ ਦੇ ਮਨ ਦੇ ਸ਼ੰਕੇ ਨਿਵਰਤ ਹੋ ਗਏ। ਉੱਤਰ ਸੁਣ ਕੇ ਸਿਰ ਝੁਕਾ ਕੇ ਭਾਈ ਭਗਤੂ ਨੂੰ ਮੱਥਾ ਟੇਕਿਆ। ਭਾਈ ਭਗਤੂ ਧੰਨ ਅਲਾਇਓ, ਕਹਿਣ ਲੱਗੇ ਮੁਖੋਂ ਧੰਨ ਹੈ ਭਾਈ ਭਗਤੂ ਵੀ ਧੰਨ ਹੈ ਜੋ ਕਿਸੇ ਤਰ੍ਹਾਂ ਦਾ ਪਾਪ ਉਹਦੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ। ਤੇ ਜਿਹੜਾ ਇਹਨਾਂ ਦੇ ਰਾਹੀਂ ਗੁਰੂ ਨਾਨਕ ਦੇ ਘਰ ਦਾ ਸਿੱਖ ਸੇਵਕ ਬਣਿਆ ਜਾਂ ਕੋਈ ਵੀ ਭਾਈ ਭਗਤੂ ਵਰਗੇ ਸੰਤ ਦੀ ਵੀ ਸੇਵਾ ਕਰਦਾ, ਉਹ ਦੁਖੀ ਕਿਵੇਂ ਹੋ ਸਕਦਾ? ਨਹੀਂ ਹੋਵੇਗਾ। ਇਸੇ ਤਰ੍ਹਾਂ ਹੀ ਸਾਧ ਸੰਗਤ ਕਈ ਦਿਨ ਲਗਾਤਾਰ ਹੀ ਭਾਈ ਭਗਤੂ ਜੀ ਦਾ ਪੇਟ ਦਾ ਰੋਗ ਬਣਿਆ ਰਿਹਾ। ਅਤੀਸਾਰ ਦਾ ਰੋਗ ਜਿਹੜਾ ਸੀ ਉਹਨੇ ਜਕੜ ਰੱਖਿਆ। ਸਤਿਗੁਰ ਸਿਮਰਤ ਤਨ ਕੋ ਤਿਆਗਾ, ਤੇ ਗੁਰੂ ਹਰਿ ਸਾਹਿਬ ਦਾ ਸਿਮਰਨ ਕਰਦਿਆਂ ਕਰਦਿਆਂ ਸਰੀਰ ਦੇ ਦੁੱਖ ਝੱਲ ਕੇ ਅਖੀਰ ਸਰੀਰ ਤਿਆਗ ਦਿੱਤਾ। ਰੂਪ ਹੋਇਓ ਵੱਡ ਭਾਗਾ, ਵੱਡਿਆਂ ਭਾਗਾਂ ਵਾਲਾ ਭਾਈ ਭਗਤੂ ਗੁਰੂ ਦਾ ਹੀ ਰੂਪ ਹੋ ਗਿਆ। ਗੁਰੂ ਹਰਿ ਸਾਹਿਬ ਦੇ ਚਰਨ ਕਮਲਾਂ 'ਚ ਹੀ ਸਮਾ ਗਿਆ। ਸ੍ਰੀ ਹਰਿ ਰਾਏ ਸੁਨਤ ਚਲਿਆ। ਜਦੋਂ ਗੁਰੂ ਹਰਿ ਸਾਹਿਬ ਨੂੰ ਪਤਾ ਲੱਗਾ ਵੀ ਭਾਈ ਭਗਤੂ ਚੜ੍ਹਾਈ ਕਰ ਗਏ ਨੇ, ਸੁਣ ਕੇ ਮਹਾਰਾਜ ਸਰੀਰ ਦੀ ਕਿਰਿਆ ਕਰਨ ਹਿਤ ਚੱਲ ਆਏ। ਸੰਗ ਮਸੰਦ ਦਾਸ ਸਮੁਦਾਇ, ਆਪਣੇ ਨਾਲ ਸੇਵਕ ਹੋਰ ਮਸੰਦ ਸਾਰਿਆਂ ਨੂੰ ਨਾਲ ਲੈ ਕੇ ਦੀਨ ਕੀ ਸੰਸਕਾਰ ਕਰਨ ਦੇ ਵਾਸਤੇ ਅੰਗੀਠਾ ਤਿਆਰ ਕਰਾਇਆ। ਸਾਰੀ ਤਿਆਰੀ ਗੁਰੂ ਹਰਿ ਸਾਹਿਬ ਦੇ ਹੁਕਮ ਨਾਲ ਹੋਈ ਹੈ। ਬਿਬਾਨ ਲਾਏ ਧਨ ਭਾਰੀ, ਤੇ ਜਿਸ ਬਿਬਾਨ ਦੇ ਉੱਤੇ ਚੜਾ ਕੇ ਸਰੀਰ ਰੱਖ ਕੇ ਤੇ ਅੰਗੀਠੇ ਤੀਕਰ ਲੈ ਕੇ ਜਾਣਾ ਸੀ, ਉਹ ਵੀ ਮਹਾਰਾਜ ਦੇ ਹੁਕਮ ਨਾਲ ਬੜਾ ਸੋਹਣਾ ਰਚਿਆ ਗਿਆ। ਬੜੀਆਂ ਸੋਹਣੀਆਂ ਪੁਸ਼ਾਕਾਂ ਦੁਸਾਲੇ ਉੱਤੇ ਪਾਏ ਗਏ। ਨਗਨ ਚਰਨ ਤੇ ਸੰਗ ਸਿਧਾਰੇ, ਗੁਰੂ ਹਰਿ ਸਾਹਿਬ ਮਹਾਰਾਜ ਨੇ ਚਰਨਾਂ ਤੋਂ ਜੋੜਾ ਲਾ ਲਿਆ ਤੇ ਸਤਿਗੁਰੂ ਨਗਨ ਚਰਨ ਹੋ ਕੇ ਭਾਈ ਭਗਤੂ ਦੇ ਸਰੀਰ ਦੀ ਕਿਰਿਆ ਸੋਧਣ ਦੇ ਵਾਸਤੇ ਬਿਬਾਨ ਜਿਹੜਾ ਬਹੁਤਾ ਧਨ ਲਾ ਕੇ ਤਿਆਰ ਕੀਤਾ, ਉਹ 'ਚ ਦੇਹੀ ਰੱਖੀ ਅਰਦਾਸ ਕਰਕੇ ਸਿਮਰਨ ਕਰਦਿਆਂ ਅੰਗੀਠੇ ਵੱਲ ਲੈ ਗਏ ਤੇ ਸਤਿਗੁਰੂ ਨੰਗੇ ਹੀ ਚਰਨੀ ਨਾਲ ਗਏ ਹਨ। ਬਹਿਰ ਗਏ ਮਿਲ ਕੇ ਸਿੱਖ ਸਾਰੇ, ਤੇ ਬਾਕੀ ਹੋਰ ਵੀ ਸਿੱਖ ਸੇਵਕ ਮਹਾਰਾਜ ਨਾਲ ਮਿਲ ਕੇ ਬਾਹਰ ਜਿੱਥੇ ਨਗਰ ਤੋਂ ਅੰਗੀਠਾ ਤਿਆਰ ਕੀਤਾ ਸੀ ਉੱਥੇ ਪਹੁੰਚ ਗਏ। ਕਾਸ਼ਟ ਸੰਚੈ ਕਰ ਇਕਠਾਏ, ਇੱਕ ਥਾਂ ਤੇ ਜਿੱਥੇ ਲੱਕੜਾਂ ਇਕੱਤਰ ਕਰਕੇ ਦਿਓ ਚਿਖਾ ਪੁਰ ਪੁਨ ਪੋੜਾਏ, ਅੰਗੀਠਾ ਬਣਾ ਕੇ ਚਿਖਾ ਤਿਆਰ ਕਰਕੇ ਉੱਥੇ ਭਾਈ ਭਗਤੂ ਜੀ ਦਾ ਸਰੀਰ ਟਕਾ ਦਿੱਤਾ। ਭਾਈ ਤਿਆਰ ਲਾਂਬੂ ਕੇ, ਅਰਦਾਸ ਕਰਨ ਤੋਂ ਬਾਅਦ ਜਦੋਂ ਲਾਂਬੂ ਲਾਉਣ ਲਈ ਸੁਪਰਦੇ ਖਾਕ ਕਰਨ ਦੇ ਲਈ ਅੱਗ ਦੇਣ ਦੀ ਤਿਆਰੀ ਹੋਈ। ਸਿੱਖ ਕੋ ਗੁਰ ਕਿਰਪਾ ਨਿਕੇਤ, ਧੰਨ ਗੁਰੂ ਹਰਿ ਸਾਹਿਬ ਜੋ ਕਿਰਪਾ ਦੇ ਘਰ ਨੇ ਆਪਣੇ ਸਿੱਖ ਭਾਈ ਭਗਤੂ ਨੂੰ ਅੱਗ ਦੇਣ ਵਾਸਤੇ। ਹੱਥ ਬੰਦ ਸਿੱਖ ਬ੍ਰਿੰਦ ਮਸੰਦ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਅੱਗੇ ਹੋਏ
ਤੇ ਸਤਿਗੁਰੂ ਜੀ ਅੰਗੀਠੇ ਨੂੰ ਜਦੋਂ ਅਗਨੀ ਦੇਣ ਲੱਗੇ ਤੇ ਜਿਹੜੇ ਨੇੜੇ ਖਲੋਤੇ ਸਨ ਮਹਾਰਾਜ ਦੇ ਬਹੁਤੇ ਸਾਰੇ ਮਸੰਦ ਉਹਨਾਂ ਹੱਥ ਜੋੜ ਲਏ ਗੁਰੂ ਹਰਿ ਸਾਹਿਬ ਦੇ ਅੱਗੇ। ਹਟਾਵਨ ਹੈ ਸੁਖ ਕੰਦ, ਤੇ ਹਟਾਉਣ ਵਾਸਤੇ ਕਹਿੰਦੇ ਹੈ ਸੁੱਖਾਂ ਦੇ ਦੇਣ ਹਾਰੇ ਸੁੱਖਾਂ ਦੇ ਮੁੱਢ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਸਾਡੀ ਬੇਨਤੀ ਹੈ ਵੀ ਤੁਸੀਂ ਨਾ ਮਹਾਰਾਜ ਅੰਗੀਠੇ ਨੂੰ ਅਗਨੀ ਦੇਣਾ ਕਰੋ ਕਰੋ। ਪਰਖੋ ਹੁਕਮ ਕਿਰਪਾਲਾ, ਮਹਾਰਾਜ ਤੁਸੀਂ ਹੁਕਮ ਕਰੋ ਕਿਸੇ ਹੋਰ ਸਿੱਖ ਨੂੰ ਵੀ ਉਹ ਲਾਂਬੂ ਲਾਵੇ ਉਹ ਅੱਗ ਲਾਵੇ ਅੰਗੀਠੇ ਦੇ ਦੇ ਤਾਈਂ। ਲਾਂਬੂ ਸਿੱਖ ਹੈ ਜੋ ਵਿਸਾਲਾ, ਹਾਂ ਜਿਹੜਾ ਕੋਈ ਹੋਰ ਵੱਡਾ ਸਿੱਖ ਹੈ ਕਿਉਂਕਿ ਆਮ ਹੀ ਹੁੰਦਾ ਹੈ ਨਾ ਵੀ ਇਹ ਪੁੱਤਰ ਅਗਨ ਦਿੰਦੇ ਹਨ, ਇਹ ਭਾਵਨਾ ਲੈ ਕੇ ਉਹਨਾਂ ਕਿਹਾ ਮਹਾਰਾਜ ਤੁਸੀਂ ਨਾ ਇਹ ਅਗਨੀ ਦਿਓ ਅੰਗੀਠੇ ਨੂੰ ਤੇ ਕਿਸੇ ਹੋਰ ਸਿੱਖ ਨੂੰ ਜਿਹੜਾ ਕੋਈ ਸਭ ਤੋਂ ਸਿਆਣਾ ਹੈ ਉਹਦੀ ਡਿਊਟੀ ਲਾਓ ਉਹਦੀ ਜ਼ਿੰਮੇਵਾਰੀ ਲਾਓ ਉਹ ਭਾਈ ਭਗਤੂ ਦੇ ਅੰਗੀਠੇ ਨੂੰ ਅੱਗ ਦੇਣਾ ਕਰੇ। ਸੁਣ ਗੁਰ ਕਹਿਓ ਉਚਿਤ ਹੈ ਹਮਕੋ, ਸੁਣ ਕੇ ਮਸੰਦਾਂ ਦੀ ਗੱਲ ਗੁਰੂ ਹਰਿ ਸਾਹਿਬ ਕਹਿੰਦੇ ਨਾ ਭਾਈ ਹਟਾਓ ਨਾ ਸਾਨੂੰ ਭਾਈ ਭਗਤੂ ਨੂੰ ਅਗਨੀ ਦੇਣੀ ਉਚਿਤ ਜੋਗ ਹੀ ਬਣਦੀ ਹੈ। ਇਸਕੀ ਸੁਧ ਨਾ ਹਨ ਕਛ ਤੁਮ ਕੋ, ਤੁਹਾਨੂੰ ਇਸ ਗੱਲ ਦੀ ਸੁੱਧ ਖਬਰ ਨਹੀਂ ਹੈ, ਅੰਦਰ ਦੀ ਖੇਡ ਜੋ ਹੈ ਸਾਨੂੰ ਪਤਾ ਹੈ, ਤੁਸੀਂ ਇਸ ਬਾਰੇ ਨਹੀਂ ਜਾਣਦੇ। ਅਸੀਂ ਭਾਈ ਭਗਤੂ ਨੂੰ ਅਗਨ ਦਈਏ ਇਹ ਬਜ਼ੁਰਗਾਂ ਦੀ ਨਿਆਈ ਵੀ ਹੈ ਸਾਡੇ ਜੋਗ ਹੀ ਹੈ ਬਿਲਕੁਲ। ਰਾਮਦਾਸ ਗੁਰ ਵੱਡੇ ਹਮਾਰੇ, ਉਹ ਦੱਸਣ ਹਿਤ ਮਹਾਰਾਜ ਨੇ ਕਹਿਤਾ ਵੀ ਜੋ ਚੌਥੇ ਪਾਤਸ਼ਾਹ ਵੱਡੇ ਸਤਿਗੁਰੂ ਸਾਡੇ ਗੁਰੂ ਰਾਮਦਾਸ ਮਹਾਰਾਜ ਹੋਏ ਨੇ ਤਿਨ ਕੋ ਅੰਸ਼ ਜਨਮੇ ਧਾਰੇ, ਇਹ ਉਹਨਾਂ ਦੇ ਬਚਨਾਂ ਦੇ ਨਾਲ ਭਗਤੀ ਦੀ ਅੰਸ਼ ਵਿੱਚੋਂ ਇਹ ਭਾਈ ਭਗਤੂ ਦਾ ਜਨਮ ਹੋਇਆ। ਜਦੋਂ ਸਾਖੀ ਪਿੱਛੇ ਆਈ ਨਾ ਭਾਈ ਆਦਮ ਬਿਰਧ ਹੋ ਗਿਆ ਸੀ ਆਪਣੀ ਘਰ ਵਾਲੀ ਦੇ ਸਮੇਤ, ਇਹ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ, ਘਰ 'ਚ ਸੰਤਾਨ ਕੋਈ ਨਹੀਂ ਸੀ ਤੇ ਲੰਗਰ 'ਚ ਲੱਕੜਾਂ ਲੈ ਕੇ ਆਉਂਦਾ, ਇੱਕ ਪੰਡ ਜਿਹੜੀ ਆਪਣੇ ਘਰੇ ਵੀ ਰੱਖ ਲੈਂਦਾ। ਇੱਕ ਬਹੁਤੀ ਸੰਗਤ ਆਈ ਤੇ ਬੜੀ ਠੰਡ ਹੋਣ ਕਰਕੇ ਸਿੱਖ ਸੰਗਤ ਬੜੀ ਠਰੂ ਕਰੇ। ਭਾਈ ਭਗਤੂ ਦੇ ਉਹ ਜੋ ਪਿਤਾ ਬਾਬਾ ਆਦਮ ਸਨ ਉਹਨਾਂ ਨੇ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਉਹਦੇ ਅੰਗੀਠੇ ਬਾਲ ਦਿੱਤੇ, ਭਾਵ ਕਿ ਥਾਂ ਤੇ ਅੱਗ ਬਾਲਤੀ ਸਿੱਖ ਸੰਗਤ ਦੇ ਅੱਗ ਸੇਕਣ ਦੇ ਲਈ। ਮਹਾਰਾਜ ਗੁਰੂ ਰਾਮਦਾਸ ਜੀ ਨੇ ਵੇਖਿਆ ਉੱਚੇ ਥਾਂ ਤੋਂ ਵੀ ਬੜੇ ਅੰਗੀਠੇ ਬਲ ਰਹੇ ਆ, ਸੰਗਤ ਅੱਗ ਸੇਕ ਰਹੀ ਵੀ ਇਹ ਕਿੰਨੇ ਬਾਲੇ ਨੇ। ਦੱਸਿਆ ਵੀ ਮਹਾਰਾਜ ਐਵੇਂ ਇੱਕ ਬਿਰਧ ਬਾਬਾ ਇਹ ਸਿੱਖ ਤੁਹਾਡਾ ਭਾਈ ਆਦਮ ਉਹ ਲੰਗਰ 'ਚ ਵੀ ਰੋਜ਼ ਇੱਕ ਪੰਡ ਬਾਲਣ ਦੀ ਲਿਆਉਂਦਾ ਏ ਤੇ ਆਪ ਵੀ ਇਕੱਠਾ ਕਰਦਾ ਰਹਿੰਦਾ ਬਾਲਣ, ਉਹਨੇ ਹੀ ਸੰਗਤ ਦੇ ਸੇਕਣ ਦੇ ਹਿੱਤ ਠੰਡ ਦੂਰ ਕਰਨ ਲਈ ਇਹ ਮਹਾਰਾਜ ਜੀ ਉਹ ਅੱਗ ਬਾਲੀ ਹੈ, ਥਾਂ ਤੇ ਅੰਗੀਠੇ ਬਣਾਏ ਸੰਗਤਾਂ ਦੇ ਡੇਰਿਆਂ ਤੇ। ਮਹਾਰਾਜ ਕਹਿੰਦੇ ਸੱਦੋ ਉਹਨੂੰ, ਬੁਲਾਇਆ, ਕਹਿੰਦੇ ਵੀ ਸੇਵਾ ਜਿਸ ਭਾਵਨਾ ਨਾਲ ਕਰਦਾ ਹੈ ਉਹ ਦੱਸ। ਬਿਰਧ ਅਵਸਥਾ ਵੇਖ ਕੇ ਸੰਗਤ ਦੇ ਵਿੱਚ ਇਹ ਗੱਲ ਕਹਿਣ ਤੋਂ ਸੰਕੋਚ ਕਰਕੇ ਭਾਈ ਆਦਮ ਕੀ ਸਿੱਖ ਕੀ ਕਹਿਣਗੇ ਵੀ ਬੁੱਢੇ ਬਾਰੇ ਸੰਤਾਨ ਦੀ ਅਰਦਾਸ ਕਰਾਉਂਦਾ ਹੈ। ਫਿਰ ਮਹਾਰਾਜ ਨੇ ਕਿਹਾ, ਕਹਿੰਦਾ ਮਹਾਰਾਜ ਬਸ ਨਾਮਦਾਨ ਸਿੱਖੀ ਹੀ ਦੇ ਦਿਓ। ਤੇ ਸਤਿਗੁਰੂ ਕਹਿਣ ਲੱਗੇ ਵੀ ਜੇ ਹੋਰ ਮੰਗ ਹੈ ਜਿਸ ਲਈ ਸੇਵਾ ਕੀਤੀ ਉਹ ਦੱਸ। ਬੋਲਿਆ ਨੇ ਆ ਗਿਆ ਭਾਈ ਆਦਮ ਕੋਲ। ਸਤਿਗੁਰੂ ਜਾਣਦੇ ਸਨ, ਕਹਿੰਦੇ ਜਾ ਘਰੇ ਆਪਣੇ ਵਿਚਾਰ ਕਰ ਲੈ ਇੱਕ ਵਾਰ, ਜੇ ਉਹ ਮੰਗਣਾ ਇੱਕ ਮੌਕਾ ਤੈਨੂੰ ਹੋਰ ਦੇਵਾਂਗੇ, ਸਵੇਰੇ ਆ ਕੇ ਮੰਗ ਲਿਓ। ਘਰ ਵਾਲੀ ਨੂੰ ਸਾਰੀ ਗੱਲ ਦੱਸੀ ਵੀ ਮਹਾਰਾਜ ਤਾਂ ਕਹਿੰਦੇ ਸੀ ਵੀ ਜੋ ਮੰਗਣਾ ਹੈ ਮੰਗ ਸਿੱਖਾ, ਤੇ ਮੇਰੇ ਕੋਲ ਪੁੱਤਰ ਦੀ ਦਾਤ ਮੰਗੀ ਨਹੀਂ ਗਈ। ਸੰਗਤ ਦੇ ਵਿੱਚ ਮੈਂ ਸੰਕੋਚ ਕਰ ਗਿਆ ਵੀ ਆਖਣਗੇ ਵੀ ਇਹ ਹੁਣ ਕਬਰਾਂ 'ਚ ਪੈਰ ਹੈ ਵੀ ਬਿਰਧ ਹੋ ਚੱਲਿਆ ਵੀ ਹੁਣ ਇਹ ਸੰਤਾਨ ਮੰਗਦਾ। ਘਰ ਵਾਲੀ ਜਿਹੜੀ ਸੀ ਉਹ ਬਹੁਤ ਨਾਰਾਜ਼ ਹੋਈ ਵੀ ਜੇ ਸਤਿਗੁਰਾਂ ਨੇ ਕਿਹਾ ਸੀ ਇਸੇ ਕਰਕੇ ਤਾਂ ਆਪਾਂ ਸੇਵਾ ਕਰ ਰਹੇ ਹਾਂ ਵੀ ਸਾਡਾ ਕੋਈ ਬੂਟਾ ਲੱਗ ਜੇ, ਸੰਤਾਨ ਦਾ ਸੁੱਖ ਵੇਖੀਏ ਤਾਂ ਇਹ ਮਹਾਰਾਜ ਕੋਲ ਜ਼ਰੂਰ ਜਾਣਾ ਚਾਹੀਦਾ। ਅਗਲੀ ਸਵੇਰ ਗਏ, ਉਹ ਮਾਈ ਵੀ ਨਾਲ ਭਾਈ ਆਦਮ ਦੇ ਘਰੋਂ ਗਈ। ਸਤਿਗੁਰੂ ਸਾਹਿਬ ਨੇ ਪੁੱਛਿਆ ਤਾਂ ਭਾਈ ਆਦਮ ਕੋ ਤਾਂ ਫਿਰ ਬੋਲਿਆ ਨਹੀਂ ਗਿਆ। ਮਾਈ ਨੇ ਹੱਥ ਜੋੜੇ, ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਸਾਡਾ ਬੂਟਾ ਲੱਗਾ ਰਹੇ, ਸੰਤਾਨ ਮੰਗਣ ਦੇ ਲਈ ਇੱਛਾ ਭਾਵਨਾ ਰੱਖ ਕੇ ਤੁਹਾਡੇ ਦਰ ਦੀ ਸੇਵਾ ਕਰਦੇ ਹਾਂ। ਗੁਰੂ ਰਾਮਦਾਸ ਸਾਹਿਬ ਨੇ ਵੇਖਿਆ ਧਿਆਨ ਲਾ ਕੇ ਵੀ ਇਹਨਾਂ ਦੇ ਤਾਂ ਕਰਮਾਂ ਸੰਤਾਨ ਨਹੀਂ। ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਤੁਹਾਡੇ ਤਾਂ ਹੈ ਨਹੀਂ ਸੀ ਕਰਮਾਂ, ਪਰ ਅਸੀਂ ਆਪਣੀ ਭਗਤੀ ਦੀ ਅੰਸ਼ 'ਚੋਂ ਸਾਡੇ ਜਿਹੜੇ 4 ਸਾਹਿਬਜ਼ਾਦੇ ਹੋਣੇ ਸਨ
ਅਸੀਂ ਆਪਣੇ ਹੀ ਘਰ ਦੀ ਅੰਸ਼ ਜਿਹੜੀ ਆ ਉਹ ਤੁਹਾਨੂੰ ਦਿੰਨੇ ਆ, ਤੁਹਾਡੀ ਸੇਵਾ ਬਹੁਤ ਹੈ ਤੇ ਉਹ ਭਗਤੀ ਦੀ ਅੰਸ਼ ਹੈ ਤੇ ਉਹਦਾ ਨਾਮ ਭਗਤੂ ਰੱਖਣਾ। ਐਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਬੇ ਆਦਮ ਦੇ ਘਰ ਵਿੱਚ ਵੱਡੀ ਉਮਰ ਦੇ ਵਿੱਚ ਭਾਈ ਭਗਤੂ ਦਾ ਜਨਮ ਹੋਇਆ। ਜਨਮ ਹੋਏ ਤੋਂ ਨਾਮ ਗੁਰੂ ਸਾਹਿਬ ਨੇ ਜੋ ਪਹਿਲਾਂ ਹੀ ਕਿਹਾ ਸੀ ਉਹੀ ਰੱਖਿਆ। ਫਿਰ ਉਹ ਭਾਈ ਭਗਤੂ ਸਾਰੀ ਉਮਰ ਸੇਵਾ ਕਰਦਾ ਰਿਹਾ। ਉਹਦੇ ਵੱਲ ਇਸ਼ਾਰਾ ਕੀਤਾ ਗੁਰੂ ਹਰਿ ਸਾਹਿਬ ਜੀ ਨੇ ਵੀ ਇਹ ਅਸੀਂ ਯੋਗ ਹੀ ਇਹਨੂੰ ਅੱਗ ਦੇਣ ਦੇ, ਕਿਉਂਕਿ ਉਧਰ ਲੈ ਗਏ ਨਾ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਹੀ ਗੁਰੂ ਰਾਮਦਾਸ ਜੀ ਦੇ ਨੇ। ਇੱਕ ਹਿਸਾਬ ਨਾਲ ਭਾਈ ਭਗਤੂ ਜੀ ਮਹਾਰਾਜ ਨੇ ਆਪਣੀ ਅੰਸ਼ ਵਿੱਚੋਂ ਇਹ ਸਾਰੀ ਖੇਡ ਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਵਰਤਾਈ ਸੀ। ਤੇ ਪਾਤਸ਼ਾਹ ਕਹਿਣ ਲੱਗੇ ਸਾਨੂੰ ਹਟਾਓ ਨਾ, ਇਹ ਭਾਈ ਭਗਤੂ ਸਿੱਖ ਦੇ ਅੰਗੀਠੇ ਨੂੰ ਅੱਗ ਅਸੀਂ ਹੀ ਦੇਵਾਂਗੇ, ਕਿਉਂਕਿ ਮਹਾਰਾਜ ਦੀ ਭਗਤੀ ਦੇ ਵਿੱਚੋਂ ਅੰਸ਼ ਦੇ ਵਿੱਚੋਂ ਜਨਮ ਲਿਆ ਹੈ ਇਹਨਾਂ ਨੇ। ਜਾਤੇ ਹਮਕੋ ਉਚਿਤ ਪਛਾਨੋ, ਸਾਨੂੰ ਉਚਿਤ ਜਾਣੋ ਇਹਨਾਂ ਨੂੰ ਅੱਗ ਦੇਣ ਦੇ ਲਈ, ਚੰਡਾ ਲਾਉਣ ਵਾਸਤੇ ਲਾਂਬੂ ਦੇਨ ਭਲੇ ਮਨ ਮਾਨੋ, ਤੇ ਲਾਂਬੂ ਲਾਉਣ ਦੇ ਵਾਸਤੇ ਤੁਸੀਂ ਵੀ ਆਪਣੇ ਮਨ ਵਿੱਚ ਇਹ ਚੀਜ਼ ਭਲਾ ਸਮਝੋ ਜਿਵੇਂ ਅਸੀਂ ਕਰ ਰਹੇ ਹਾਂ। ਨਿਮ ਕਹਿ ਕੇ ਸਤਿਗੁਰ ਹਿਤ ਧਰਿਓ, ਇਸ ਤਰ੍ਹਾਂ ਗੁਰੂ ਹਰਿ ਸਾਹਿਬ ਜੀ ਨੇ ਹਿਤ ਧਾਰਨ ਕਰਕੇ ਆਪਣੇ ਹੱਥ ਦਾਹ ਸੋ ਆਪਣੇ ਹੱਥਾਂ ਦੇ ਨਾਲ ਭਾਈ ਭਗਤੂ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ। ਸਰਬ ਕਿਰਿਆ ਕਰਕੇ ਵਿਧ ਨਾਲ, ਸਾਰੀ ਜੋ ਮਰਿਆਦਾ ਸੀ ਉਹ ਵਿਧੀ ਦੇ ਨਾਲ ਕਰਕੇ ਅੰਗੀਠੇ ਨੂੰ ਅਗਨ ਦੇਣ ਤੋਂ ਬਾਅਦ ਅੰਗੀਠਾ ਸੰਭਾਲਣ ਤੀਕਰ ਤੀਨ ਇਸ਼ਨਾਨ ਕਿਰਪਾਲ ਕੇ ਲਾਲ, ਤੇ ਕਿਰਪਾਲੂ ਸਤਿਗੁਰਾਂ ਨੇ ਫਿਰ ਇਸ਼ਨਾਨ ਕੀਤਾ ਏ ਜਲ ਦੇ ਸਹਿਤ। ਸਨੇ ਸਨੇ ਚਲ ਨਿਜ ਥਲ ਆਏ, ਤੇ ਸਹਿਜੇ ਚੱਲ ਕੇ ਆਪਣੇ ਆਸਣ ਤੇ ਮਹਾਰਾਜ ਸਾਹਿਬ ਆ ਗਏ। ਬੈਠ ਜਥੋ ਚਿਤ ਸਿੱਖ ਸਮੁਦਾਏ, ਤੇ ਜਥੋ ਉਚਿਤ ਜਿੰਨਾ ਉਚਿਤ ਸੀ ਸਾਰੇ ਸਿੱਖ ਵੀ ਚੌਥੇ ਵਾਹਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਕੋਲ ਬੈਠ ਗਏ। ਸੋ ਜਸ ਕਹਿਓ ਸ਼੍ਰੀ ਮੁਖ ਤੇ ਆਪ, ਤੇ ਸਿੱਖਾਂ ਦੇ ਵਿੱਚ ਆਪਣੇ ਮੁਖੋਂ ਭਾਈ ਭਗਤੂ ਦਾ ਬਹੁਤਾ ਹੀ ਜਸ ਸਤਵੇਂ ਪਾਤਸ਼ਾਹ ਨੇ ਕਿਹਾ ਹੈ ਵੀ ਇਹ ਸਾਡਾ ਸਿੱਖ ਬੜਾ ਹੀ ਮਹਾਨ ਸੀ। ਜਿਨ ਕੇ ਨਾਮ ਲੈ ਤਖਤ ਪਾਪ, ਜਿਸ ਭਾਈ ਭਗਤੂ ਵਰਗੇ ਗੁਰਸਿੱਖਾਂ ਦਾ ਨਾਮ ਲੈਣ ਨਾਲ ਹੀ ਪਾਪ ਮੁੱਕ ਜਾਂਦੇ, ਖਤਮ ਹੋ ਜਾਂਦੇ ਹਨ। ਇਕ ਕੇ ਤਿਕ ਦਿਨ ਪੁਰ ਕਰਤਾਰ, ਤੇ ਜਾਂ ਜਿਸ ਗੁਰੂ ਹਰਿ ਸਾਹਿਬ ਜੀ ਦੇ ਨਾਮ ਲੈਣ ਦੇ ਨਾਲ ਸਭ ਪਾਪ ਕੱਟੇ ਜਾਂਦੇ ਨੇ, ਉਸ ਗੁਰੂ ਹਰਿ ਸਾਹਿਬ ਨੇ ਭਾਈ ਭਗਤੂ ਦਾ ਬਹੁਤਾ ਹੀ ਜਸ ਕਿਹਾ। ਤੇ ਇਸ ਤਰ੍ਹਾਂ ਕਈ ਦਿਨ ਕਰਤਾਰਪੁਰ ਵਿੱਚ ਨਿਵਾਸ ਰੱਖਿਆ। ਸ੍ਰੀ ਹਰਿ ਰਾਏ ਬਸੇ ਮਦ ਧਾਰ, ਬੜੀ ਮੁੱਧ ਧਾਰ ਖੁਸ਼ੀ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਕਰਤਾਰਪੁਰ ਵਸੇ। ਔਰ ਪੂਜ ਕੀਨੋ ਨਿਜ ਡੇਰਾ, ਤੇ ਫਿਰ ਇਥੋਂ ਮਹਾਰਾਜ ਨੇ ਜੋ ਮਰਿਆਦਾ ਸੀ ਹੋਰ ਵੀ ਭਾਈ ਭਗਤੂ ਦੀ ਕਰਨੀ ਹੈ, ਕਥਾ ਕੀਰਤਨ ਕਰਕੇ ਹਰ ਜਸ ਕਰਕੇ ਤੇ ਮਾਲਵੇ ਵੱਲ ਨੂੰ ਜਾਣ ਵਾਸਤੇ ਡੇਰੇ ਦਾ ਕੂਚ ਕਰਾਇਆ। ਜੰਗਲ ਦੇਸ਼ ਚਹਤ ਚਿਤ ਹੇਰਾ, ਮਹਾਰਾਜ ਸਾਹਿਬ ਨੇ ਚਿੱਤ 'ਚ ਵਿਚਾਰ ਕੀਤੀ ਵੀ ਜੰਗਲ ਦੇਸ਼ ਮਾਲਵੇ 'ਚ ਜੋ ਸਿੱਖੀ ਸੇਵਕੀ ਹੈ ਉਹਨਾਂ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਕਥਾ ਕੀਰਤਨ ਸੁਣਾਈਏ, ਦਰਸ਼ਨ ਕਰੀਏ। ਤੁਮ ਘਰਤ ਚਲ ਆਕੇ, ਇਸ ਤਰ੍ਹਾਂ ਨਗਾਰੇ ਵੱਜਦੇ ਹੋਏ ਅੱਗੇ ਅੱਗੇ ਜਾ ਰਹੇ ਹਨ। ਸਾਥ ਮਸੰਦ ਸਿੱਖ ਵੱਡ ਸਮੂਹ ਭਾਗੇ, ਵੱਡਿਆਂ ਭਾਗਾਂ ਵਾਲੇ ਸਿੱਖ ਗੁਰੂ ਘਰ ਦੇ ਮਸੰਦ ਵੀ ਸਦਵੇਂ ਪਾਤਸ਼ਾਹ ਨਾਲ ਚੱਲ ਪਏ। 9200 ਭਟ ਸੰਗ, 2000 ਦੇ 200 ਭਾਵ 2200 ਸ਼ਸਤਰ ਧਾਰੀ ਸੂਰਮੇ ਵੀ ਨਾਲ ਹੀ ਚੱਲ ਪਏ। ਚੜ੍ਹਦਰ ਚੰਚਲ ਚਲਹਿ ਤੁਰੰਗ, ਤੇ ਬੜੇ ਚੰਚਲ ਬੜੇ ਬਲੀ ਘੋੜਿਆਂ ਦੇ ਚੜ੍ਹ ਕੇ ਸੂਰਮੇ ਜਾ ਰਹੇ ਨੇ। ਉਡੇ ਧੂਲ ਸ਼ਬਦ ਅਸਮਾਨ, ਤੇ ਘੋੜਿਆਂ ਦੇ ਸਵਾਰੀਆਂ ਦੇ ਚੱਲਣ ਕਰਕੇ ਮਿੱਟੀ ਘਟਾ ਉੱਡ ਕੇ ਅਸਮਾਨ ਹੀ ਮਾਨੋ ਸਾਰਾ ਢਕਿਆ ਗਿਆ। ਰੇਖਾ ਹੈ ਨਮਹਾਨ, ਤੇ ਘੋੜੇ ਹਿਣਕ ਰਹੇ ਨੇ, ਬੜੀ ਪਹਾੜੀ ਹਿਣਕਣ ਦੀ ਆਵਾਜ਼ ਸ਼ਬਦ ਉੱਠ ਰਿਹਾ ਏ। ਰਾਮ ਮੁਕੰਦਪੁਰਾ ਇਕ ਥਾਨ, ਏਦਾਂ ਚਲਦਿਆਂ ਮਹਾਰਾਜ ਸਾਹਿਬ ਜੀ ਪਹੁੰਚੇ ਨੇ ਮੁਕੰਦਪੁਰ ਨਗਰ ਹੈ, ਨਾਮ ਹਕੀਮਪੁਰ ਦੇ ਨੇੜੇ। ਇਵੇਂ ਦਰ ਮਾਲਵੇ ਵੱਲ ਮੁਕੰਦਪੁਰ ਨਗਰ ਗ੍ਰਾਮ ਦੇ ਵਿੱਚ ਸਨੇ ਸਨੇ ਤਹ ਉਤਰੇ ਆਨ, ਸਹੀਜੇ ਮਹਾਰਾਜ ਸਾਹਿਬ ਮਾਲਵੇ ਨੂੰ ਜਾਂਦੇ ਆ ਰਸਤੇ 'ਚ
ਹਕੀਮਪੁਰ ਨੇੜੇ ਮੁਕੰਦਪੁਰ ਨਗਰ ਵਿੱਚ ਡੇਰਾ ਕੀਤਾ। ਕੇਤਿਕ ਦਿਨ ਰਹੇ ਤਹਾਂ ਬਿਤਾਏ। ਕਈ ਦਿਨ ਮਹਾਰਾਜ ਸਾਹਿਬ ਜੀ ਨੇ ਇੱਥੇ ਰਹਿ ਕਰਕੇ ਸਮਾਂ ਬਤੀਤ ਕੀਤਾ। ਗਾਡੇ ਕਿਲਕ ਬਿਰਸ਼ ਹੋਏ ਆਏ। ਤੇ ਜਿੱਥੇ ਸਤਿਗੁਰੂ ਡੇਰਾ ਕੀਤਾ ਸੀ ਉੱਥੇ ਕਈ ਕਿੱਲੇ ਸਤਿਗੁਰੂ ਸਾਹਿਬ ਨੇ ਸਿੱਖਾਂ ਨੂੰ ਕਹਿ ਕੇ ਵੀ ਇੱਥੇ ਆ ਕਿੱਲੇ ਗੱਡ ਦਿਓ। ਕਿੱਲਾ ਹੁੰਦਾ ਵੀ ਜਿਵੇਂ ਦਰਖਤਾਂ ਦੇ ਟਹਿਣੇ ਜੇ ਵੱਢ ਕੇ ਛੋਟੇ ਛੋਟੇ ਗੱਡ ਦਿੱਤੇ। ਅਬਲੋ ਤਹਾਂ ਖਰੀ ਤਰ ਬਣੀ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਕਿੱਲੇ ਗੱਡੇ ਸਨ ਉਹ ਸਾਰੇ ਹੀ ਰੁੱਖ ਬਣ ਗਏ। ਕਹਿੰਦੇ ਹੁਣ ਤੀਕਰ ਜਦੋਂ ਕਥਾ ਲਿਖ ਰਹੇ ਸਨ ਕਹਿੰਦੇ ਮੈਂ ਅੱਖੀਂ ਜਾ ਕੇ ਵੇਖਿਆ ਵੀ ਉਸ ਮੁਕੰਦਪੁਰ ਦੇ ਵਿੱਚ ਜਿੱਥੇ ਮਹਾਰਾਜ ਦੇ ਕਿੱਲੇ ਗੱਡਿਆਂ ਦੇ ਰੁੱਖ ਬਣੇ ਉਹ ਹੁਣ ਤੀਕਰ ਵੀ ਬਹੁਤੇ ਸੰਘਣੇ ਦਰਖਤ ਖਲੋਤੇ ਹਨ ਗੁਰੂ ਹਰਿ ਸਾਹਿਬ ਦੀ ਯਾਦ ਵਿੱਚ। ਹਮਨੇ ਕਰੀ ਨਿਹਾਰਨ ਘਣੀ। ਹਾਂ ਘਣੀ ਸੰਘਣੀ ਉਹਨਾਂ ਦਰਖਤਾਂ ਦੀ ਆਬਾਦੀ ਅਸੀਂ ਅੱਖੀਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਾ ਕੇ ਵੇਖੀ ਹੈ। ਕਰਿਓ ਤਹ ਤੇ ਚੜ ਚਲੇ। ਸੋ ਇਸ ਤਰ੍ਹਾਂ ਇਹ ਕਵੀ ਜੀ ਜਿੱਥੇ ਕੋਈ ਗੱਲ ਸੁਣੀ ਹੋਵੇ ਵੇਖੀ ਹੋਵੇ ਜਿੱਦਾਂ ਵੀ ਹੋਵੇ ਉਹ ਦੱਸ ਦਿੰਦੇ ਨਾਲ ਨਾਲ। ਤੇ ਇਹ ਵਿੱਚ ਇਸ਼ਾਰਾ ਕਰਕੇ ਫਿਰ ਕਹਿੰਦੇ ਮਹਾਰਾਜ ਮੁਕੰਦਪੁਰ ਤੋਂ ਕੂਚ ਕਰਕੇ ਕਿੱਲੇ ਗੱਡ ਕੇ ਅੱਗੇ ਚੱਲ ਪਏ। ਸਤਿਗੁਰੂ ਸਲਤਾ ਉਤਰੇ ਭਲੇ। ਤੇ ਭਲੇ ਤਰੀਕੇ ਨਾਲ ਸਤਲੁਜ ਦਰਿਆ ਪਾਰ ਕਰਕੇ ਦੁਆਬੇ ਦੀ ਧਰਤੀ ਤੋਂ ਅੱਗੇ ਮਾਲਵੇ 'ਚ ਪ੍ਰਵੇਸ਼ ਕੀਤਾ। ਦੱਖਣ ਦਿਸ਼ਾ ਕਰੇ ਮੁਖ ਆਏ। ਦੱਖਣ ਬਾਹੀ ਵੱਲ ਨੂੰ ਮੁਖ ਕਰਦੇ ਹੋਏ ਗੁਰੂ ਹਰਿ ਸਾਹਿਬ ਜੀ ਜਾ ਰਹੇ ਨੇ। ਜਿਤੋਂ ਪਿਤਾਮਾ ਜੰਗ ਮਚਾਏ। ਜਿਸ ਪਾਸੇ ਗੁਰੂ ਸਰ ਮਹਾਰਾਜ ਦੇ ਵਿੱਚ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕੀਤਾ ਸੀ ਲਲਾ ਬੇਗਾਦਕ ਜਿਹੜੇ ਚੜ ਕੇ ਆਏ ਸਨ ਮਾਰੇ ਸਨ ਉਹ ਗੁਰੂ ਸਰ ਮਹਾਰਾਜ ਵਾਲੇ ਪਾਸੇ ਨੂੰ ਮੁਖ ਕਰਕੇ ਉਧਰ ਨੂੰ ਸਤਿਗੁਰੂ ਆਪਣੇ ਦਲ ਪੰਥ ਦੇ ਸਮੇਤ ਘੋੜਿਆਂ ਦੇ ਸਿੱਖ ਸੇਵਕਾਂ ਦੇ ਸਮੇਤ ਸੂਰਮਿਆਂ ਸਮੇਤ ਸਤਵੇਂ ਪਾਤਸ਼ਾਹ ਜਾ ਰਹੇ ਨੇ। ਮਾਲਵੇ ਦੀ ਧਰਤੀ 'ਚ ਪ੍ਰਵੇਸ਼ ਹੋਏ ਨੇ। ਜਿਵੇਂ ਮਾਲਵੇ ਦੀ ਧਰਤੀ 'ਚ ਰਹਿੰਦਿਆਂ ਮਹਾਰਾਜ ਅਨੇਕਾਂ ਕੌਤਕ ਕਰਦੇ ਹਨ। ਮਹਾਰਾਜ ਕਿਆਂ ਨਾਲ ਖੇਡਾਂ ਹੋਣਗੀਆਂ। ਇਸ ਇਲਾਕੇ 'ਚ ਜਿਹੜੇ ਨਾਭੇ ਪਟਿਆਲੇ ਵਾਲਿਆਂ ਦੇ ਜਿਹੜੇ ਬਜ਼ੁਰਗ ਢਿੱਡ ਖੜਕਾਏ ਸਨ ਜਿਨ੍ਹਾਂ ਨੇ ਵੀ ਸਾਡੇ ਭੁੱਖੇ ਮਰ ਰਹੇ ਨੇ ਉਹ ਵੀ ਸਾਖੀਆਂ ਇੱਧਰ ਮਾਲਵੇ 'ਚ ਹੁਣ ਅੱਗੇ ਆਉਣੀਆਂ ਨੇ ਜਿੱਥੇ ਮਹਾਰਾਜ ਪਹੁੰਚੇ ਹਨ। ਸਤਿਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਕਹਿੰਦਿਆਂ ਸੁਣਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਮਹਾਰਾਜ ਗੁਰੂ ਕੀ ਸੰਗਤ ਸਦਾ ਹੀ ਬਖਸ਼ਣਹਾਰ ਹੈ। ਬਖਸ਼ ਲੈਣਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨਾਂ ਦੇ ਜੋੜ ਮੇਲੇ ਆਰੰਭ ਹੋ ਗਏ ਨੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਜੋੜ ਮੇਲ ਦਾ ਭਾਵ ਹੁੰਦਾ ਵੀ ਜੁੜ ਕੇ ਦੇ ਮਿਲਣਾ ਵੀ ਇਕੱਠੇ ਹੋ ਕੇ ਮਿਲਾਪ ਕਰਨਾ ਮਹਾਰਾਜ ਸਾਹਿਬ ਦੇ ਚਰਨ ਕਮਲਾਂ ਵੀ ਸਤਿਗੁਰੂ ਸਾਡਾ ਜੋੜ ਮੇਲਾ ਤੁਹਾਡੇ ਚਰਨਾਂ 'ਚ ਹੋਵੇ। ਤੁਹਾਡੇ ਨਾਲ ਸਾਡਾ ਦਿਲੋਂ ਪ੍ਰੇਮ ਪਿਆਰ ਬਣ ਆਵੇ ਜਿਹਦੇ ਨਾਲ ਸਾਡਾ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਜਾਵੇ। ਐਸੀ ਦਾਤ ਬਖਸ਼ੋ। ਪੂਜ ਕਰਿਓ ਤਹ ਤੇ ਚੜ ਚਲੇ। ਸਤਿਗੁਰ ਵਸਲਤਾ ਉਤਰੇ ਭਲੇ। ਦੱਖਣ ਦਿਸ਼ਾ ਕਰੇ ਮੁਖ ਆਏ। ਜਿਤੋ ਪਿਤਾਮੇ ਜੰਗ ਮਚਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੋਬਿੰਦ ਹੇ ਗੋਪਾਲ ਹੇ ਹੇ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦੀਨ ਦਰਦ ਨਿਵਾਰ हे समराज अगम पूरन मोहे मया ਤਾਰ अंधकूप महापयान ਨਾਨਕ ਮਾਰ ਉਤਾਰ आए प्रभु शरणागति कृपा निध ਦਇਆਲ एक अखर हर मन बस्त ਨਾਨਕ ਹੋਤ ਨਿਹਾਲ कथा निता प्रत होत है ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵਨ ਵਾਹਿਗੁਰੂ ਪਾਰੇ ਉਤਾਰਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵਨ ਵਾਹਿਗੁਰੂ ਪਾਰੇ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ